सतनाम वाहिगुरु साहिब जी। हम मैले तुम उजल करते, हम निर्गुण तू दाता। हम मूर्ख तुम चतुर सियाणे, तू सर्ब कला का ज्ञाता। माधव हम ऐसे तू ऐसा, हम पापी तुम पाप खंडन। नीको ठाकुर देसा। अब राखो दास पहाट की लाज, जैसे राखी लाज भगत प्रहलाद की। हर नाखस फारे कर आज, फुन द्रौपदी लाज रखी। हर प्रभ जी क्षीणत वस्त्र दीन बहुसाद। सो दामायप दाते राखिया, गनिका पढ़त पूरे तेह काज। श्री सतगुर सो प्रसन्न कल जुग होए, राखो दास पाठ की लाज। अब तब जब कब तुही तुही, हम तो प्रसाद सुखी सदही। जेता दियो पिंड सब तेरा, तू अंतर जामी पुरख भगवान। दासन दास कहे जन नानक, देहा तू कराए। तेहा हो करी वख्यान। सतनाम वाहिगुरु साहिब जी। कबीर माए मुंडो तेह गुरु की, जाते भरम न जाए। आप डुबे चहुबेद महे, चेले दिए बहाए। कबीर जेते पाप किए, राखे तले दुराए। प्रगट पहे निदान सब, जब पूछे धर्म राय। प्रगट पहे निदान सब, जब पूछे धर्म राय। वाहिगुरु जी का खालसा, वाहिगुरु जी की फतेह। धन धन सतगुरु श्री गुरु धन धन सतगुरु गुरु गरीब निवाज
ਪਤਿਤ ਪਾਵਨ ਭਗਤ ਵਸ਼ਲ ਦੀਨ ਪ੍ਰਤਪਾਲਕ ਦੀਨ ਰਖਿਅਕ ਦੀਨ ਦਰਦ ਨਿਵਾਰਕ ਦੀਨ ਕਰੁਣਾਮੈ ਦੀਨਾਨਾਥ ਦੀਨ ਬੰਧੂ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਨ ਦਇਆਲ ਪਾਤਸ਼ਾਹ। ਤਿਨਾਂ ਦੀ ਅਪਾਰ ਮਿਹਰਮਤ ਹੈ, ਦਇਆ ਬਖਸ਼ਿਸ਼ ਹੈ, ਜੋ ਸਤਿਗੁਰੂ ਸਾਹਿਬ ਜੀ ਨੇ ਆਪਣੀ ਮਿਹਰ ਭਰੀ ਨਜ਼ਰ ਕਰਕੇ ਸਾਨੂੰ ਸਭ ਨੂੰ ਆਪਣੀ ਪਾਵਨ ਪਵਿੱਤਰ ਹਜ਼ੂਰੀ ਦੇ ਵਿੱਚ ਸਤਸੰਗਤ ਰੂਪ ਵਿੱਚ ਜੁੜ ਕੇ ਸਤਿਗੁਰੂ ਦੇ ਸ਼ਬਦ ਦੀ ਬਖਸ਼ਿਸ਼ ਨੂੰ ਮਾਣਨ ਦਾ ਅਵਸਰ ਬਖਸ਼ਿਸ਼ ਕਰਕੇ ਨਵਾਜ਼ਿਸ਼ ਕੀਤੀ ਹੈ ਜੀ। ਆਪ ਜੀ ਬੜੇ ਸੁਭਾਗਸ਼ਾਲੀ ਹੋ ਜੋ ਸਤਿਗੁਰੂ ਕੀ ਬਖਸ਼ਿਸ਼ ਨੂੰ ਮਾਣਨ ਦਾ ਸ਼ੁਭ ਯਤਨ ਕਰ ਰਹੇ ਹੋ। ਸਤਿਗੁਰੂ ਸਾਹਿਬ ਜੀ ਬਾਣੀ ਦੇ ਅੰਤਰਗਤ ਬਖਸ਼ਿਸ਼ ਕਰਦੇ ਹਨ, ਮਾਧੋ ਹਮ ਐਸੇ ਤੂ ਐਸਾ, ਹਮ ਪਾਪੀ ਤੁਮ ਪਾਪ ਖੰਡਨ ਨੀਕੋ ਠਾਕੁਰ ਦੇਸਾ। ਜਲ ਦੇ ਨਾਲ ਮਨੁੱਖ ਇਸ਼ਨਾਨ ਕਰਦਾ ਹੈ, ਸਰੀਰ ਸਵੱਛ ਹੋ ਜਾਂਦਾ ਹੈ, ਪਾਕ ਸਾਫ ਹੋ ਜਾਂਦਾ ਹੈ। ਜਲ ਸਰੀਰ ਦੇ ਅੰਦਰ ਜਾਵੇ, ਪਿਆਸ ਨੂੰ ਸ਼ਾਂਤ ਕਰਦਾ ਹੈ। ਭੋਜਨ ਮਨੁੱਖ ਦੇ ਅੰਦਰ ਜਾਵੇ, ਭੁੱਖ ਦੀ ਅਗਨ ਜਿਹੜੀ ਹੈ ਬੁਝ ਜਾਂਦੀ ਹੈ। ਇਸੇ ਪ੍ਰਕਾਰ ਸੰਸਾਰ ਦੇ ਵਿੱਚ ਵਿਚਰਦਿਆਂ ਮਨੁੱਖ ਨੂੰ ਜਿਹੜੀ ਵਾਸ਼ਨਾ ਰੂਪ ਭੁੱਖ ਲੱਗਦੀ ਹੈ, ਵਿਸ਼ਿਆਂ ਰੂਪ ਪਿਆਸ ਲੱਗਦੀ ਹੈ, ਅਤੇ ਮੰਦ ਕਰਮ ਫੁਰਨਿਆਂ ਰੂਪੀ ਜਿਹੜੀ ਮੈਲ ਲੱਗਦੀ ਹੈ। ਹੁਣ ਸਰੀਰਕ ਪਿਆਸ ਲੱਗੀ, ਆਪਣਾ ਯਤਨ ਕਰਕੇ ਬੁਝਾ ਲਈ, ਅਤੇ ਇਸੇ ਪ੍ਰਕਾਰ ਜਿਹੜੀ ਹੁਣ ਗਲਤ ਫੁਰਨਿਆਂ ਰੂਪ ਮੈਲ ਲੱਗ ਗਈ ਹੈ, ਅੰਦਰ ਵਿਸ਼ਿਆਂ ਦੀ ਪਿਆਸ ਪੈਦਾ ਹੋ ਗਈ ਹੈ, ਵਕਾਰਾਂ ਦੀ ਅਗਨ ਬਲ ਰਹੀ ਹੈ। ਇਸ ਨੂੰ ਮਨੁੱਖ ਕਿਵੇਂ ਸ਼ਾਂਤ ਕਰੇ? ਤਾਂ ਫਿਰ ਅਜਿਹੇ ਮਨੁੱਖ ਦੇ ਲਈ ਉਹਦੀ ਵਿਸ਼ਿਆਂ ਦੀ ਅੱਗ ਨੂੰ, ਵਕਾਰਾਂ ਦੀ ਅਗਨੀ ਨੂੰ, ਗਲਤ ਫੁਰਨਿਆਂ ਦੀ ਮੈਲ ਨੂੰ ਨਿਵਰਤ ਕਰਨ ਦਾ ਇੱਕੋ ਢੰਗ ਹੈ ਸਾਧ ਸੰਗਤ। ਕਿਉਂ? ਕਿਉਂਕਿ ਗੁਰੂ ਕਾ ਸ਼ਬਦ ਪਾਵਨ ਹੈ, ਅਤੇ ਜਿਹੜੇ ਅਸੀਂ ਰੋਜ਼ਾਨਾ ਸੰਸਾਰ ਦੀ ਮਾਇਆ ਦੇ ਪ੍ਰਭਾਵ ਵਿੱਚ ਆ ਕੇ ਪਤਿਤ ਹੁੰਦੇ ਹਾਂ। ਪਤਿਤ ਦਾ ਭਾਵ ਕਿ ਮਨ ਬੁੱਧ ਚਿੱਤ ਸੁਰਤ ਦੇ ਦੁਨਿਆਵੀ ਵਿਚਰਨ ਦੇ ਨਾਲ ਜਿਹੜੀ ਅਵਗੁਣ ਰੂਪੀ ਮੈਲ ਲੱਗ ਜਾਣੀ। ਤਾਂ ਗੁਰੂ ਸਾਹਿਬ ਜੀ ਕਹਿੰਦੇ ਹਮ ਪਾਪੀ ਤੁਮ ਪਾਪ ਖੰਡਨ, ਕਿ ਸਾਡੇ ਹਿਰਦੇ ਵਿੱਚ ਸਤਿਗੁਰੂ ਐਸਾ ਵਿਸ਼ਵਾਸ ਹੈ ਕਿ ਅਸੀਂ ਮੈਲੇ ਹਾਂ। ਜਿਵੇਂ ਬਾਲਕ ਕਈ ਵਾਰੀ ਖੇਡਦਿਆਂ ਮੈਲਾ ਹੋ ਜਾਂਦੇ ਨੇ, ਅਤੇ ਉਹ ਮੈਲ ਦੇ ਵਿੱਚ ਵੀ ਖੇਡੀ ਜਾਂਦੇ ਨੇ, ਕਿਉਂਕਿ ਉਹਨਾਂ ਨੂੰ ਇੱਕ ਹਿੱਸੇ 'ਚ ਪਤਾ ਹੁੰਦਾ ਆਪਣੇ ਦਿਮਾਗ ਦੇ ਕਿ ਭਾਵੇਂ ਕਿੰਨਾ ਵੀ ਮਲੀਨ ਹੋ ਕੇ ਘਰ ਕਿਉਂ ਨਾ ਜਾਵਾਂ, ਮੇਰੀ ਮਾਤਾ ਦਾ ਸੁਭਾਅ ਮੈਨੂੰ ਜਾਂਦਿਆਂ ਹੀ ਸਵੱਛ ਕਰ ਦੇਗੀ ਇਸ਼ਨਾਨ ਕਰਵਾ ਕੇ। ਇਸੇ ਪ੍ਰਕਾਰ ਗੁਰਸਿੱਖ ਵੀ ਐਸਾ ਵਿਸ਼ਵਾਸ ਲੈ ਕੇ ਸੰਗਤ ਵਿੱਚ ਬੈਠਦਾ ਹੈ, ਆਪਣੀ ਸਾਧਨਾ ਕਰਦਾ। ਸੁਆਬ ਜੀ ਬੜੇ ਸੁਭਾਗਸ਼ਾਲੀ ਹੋ। ਭਗਤ ਸਿਰਮੌਰ ਭਗਤ ਕਬੀਰ ਸਾਹਿਬ ਜੀ ਤਿਨਾਂ ਦੀ ਪਾਵਨ ਮੁਬਾਰਕ ਰਸਨਾ ਤੋਂ ਉਚਾਰਨ ਸ਼ਲੋਕਾਂ ਦੀ ਆਪ ਜੀ ਲੜੀਵਾਰ ਵਿਆਖਿਆ ਸਰਵਣ ਕਰ ਰਹੇ ਹੋ ਜੀ। ਪਾਵਨ ਬਾਣੀ ਦੀ ਲੜੀਵਾਰ ਵਿਆਖਿਆ ਦੇ ਨਾਲ ਵਿਚਾਰ ਰੂਪ ਦੇ ਵਿੱਚ ਜੁੜਨ ਦਾ ਯਤਨ ਕਰੀਏ ਜੀ। ਵਿਚਾਰ ਪ੍ਰਾਰੰਭ ਕਰਨ ਤੋਂ ਪਹਿਲਾਂ ਮੜੇ ਅਦਬ ਸਹਿਤ ਉਚਾਰਨ ਕਰੋ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਕਬੀਰ ਮਾਏ ਮੁੰਡੋ ਤੇ ਗੁਰੂ ਕੀ, ਜਾਤੇ ਭਰਮ ਨਾ ਜਾਏ। ਭਗਤ ਸਿਰਮੌਰ ਭਗਤ ਕਬੀਰ ਸਾਹਿਬ ਜੀ ਨੇ ਲੜੀਵਾਰ ਸ਼ਲੋਕਾਂ ਦੇ ਰੂਪ ਵਿੱਚ ਸਾਨੂੰ ਬਾਣੀ ਦੀ ਬਖਸ਼ਿਸ਼ ਕਰਕੇ ਨਵਾਜ਼ਿਸ਼ ਕੀਤੀ ਹੈ। ਲੜੀਵਾਰ ਸ਼ਲੋਕਾਂ ਦੇ ਅੰਤਰਗਤ ਇਸ ਤੋਂ ਪਹਿਲੇ ਸ਼ਲੋਕਾਂ ਵਿੱਚ ਬਖਸ਼ਿਸ਼ ਕੀਤੀ ਸੀ ਕਿ ਜੀਵਨ ਦੇ ਵਿੱਚ ਕਿਸੇ ਪ੍ਰਕਾਰ ਦਾ ਵੀ ਤਿਆਗ ਕਰਨਾ ਪਵੇ, ਭਾਵੇਂ ਕਿਤਨਾ ਵੀ ਤਿਆਗ ਕਠਿਨ ਕਿਉਂ ਨਾ ਹੋਵੇ, ਪਰ ਜੇ ਪ੍ਰਭੂ ਦੀ ਯਾਦ ਨਾਲ ਹਿਰਦਾ ਜੁੜਿਆ ਹੋਇਆ ਹੈ, ਪ੍ਰਭੂ ਦੇ ਚਰਨਾਂ ਵਿੱਚ ਚਿੱਤ ਬੇਧਿਆ ਹੋਇਆ ਹੈ, ਤਾਂ ਕਿਸੇ ਪ੍ਰਕਾਰ ਦੁਨਿਆਵੀ ਚੀਜ਼ ਦੇ ਖੁੱਸ ਜਾਣ ਦਾ ਜਾਂ
ਆਪਣੇ ਰਾਹ ਪ੍ਰਭੂ ਦੇ ਚਰਨਾਂ ਨਾਲ ਆਪਣੀ ਜੁੜੀ ਹੋਈ ਬਿਰਤੀ ਨੂੰ ਟਿਕਾਏ ਰੱਖਣ ਦੇ ਲਈ ਕੋਈ ਦੁਨਿਆਵੀ ਕੁਰਬਾਨੀ ਦਾ ਪੱਧਰ ਵੀ ਮਨੁੱਖ ਨੂੰ ਅਪਣਾਉਣਾ ਪਵੇ ਤਾਂ ਕਦਮ ਪਿੱਛੇ ਨਹੀਂ ਹਟਣਾ ਚਾਹੀਦਾ। ਇਸੇ ਪ੍ਰਕਾਰ ਭਗਤ ਕਬੀਰ ਸਾਹਿਬ ਜੀ ਫਿਰ ਆਪਣੀ ਬੰਦਗੀ ਦਾ ਇੱਕ ਅਨੁਭਵ ਦੱਸਿਆ ਸੀ ਕਿ ਜਿਹੜੇ ਰੋਜ਼ਾਨਾ ਆਪਣੀ ਜ਼ੁਬਾਨ ਦੇ ਨਾਲ ਸਿਫਤ ਸਲਾਹ ਕਰਕੇ ਜੀਵਨ ਦੇ ਵਿੱਚ ਕੀਰਤਨ ਦਾ ਸਾਜ਼ ਆਪਣੀ ਦੇਹ ਨੂੰ ਬਣਾ ਕੇ ਵਜਾਉਂਦੇ ਨੇ, ਅਤੇ ਫਿਰ ਉਹਨਾਂ ਦਾ ਇੱਕ ਦਿਨ ਆਉਂਦਾ ਕਿ ਜਿਹੜੀਆਂ ਵਾਸਨਾ ਦੀਆਂ ਤਾਰਾਂ ਹਨ ਜਾਂ ਦੁਨਿਆਵੀ ਪਦਾਰਥਾਂ ਦੀਆਂ ਲਾਲਸਾਂ ਦੇ ਜਿਹੜੇ ਸੂਤਰ ਹਨ ਉਹ ਸਾਰੇ ਟੁੱਟ ਜਾਂਦੇ ਹਨ, ਅਤੇ ਫਿਰ ਉਹਨਾਂ ਦੇ ਅੰਦਰ ਰੱਬੀ ਇੱਕ ਸੰਗੀਤ ਪੈਦਾ ਹੁੰਦਾ ਹੈ। ਉਹ ਸੰਗੀਤ ਭੋਜਨ, ਭੁੱਖ, ਪਿਆਸ ਸਭ ਨੂੰ ਸ਼ਾਂਤ ਕਰ ਦਿੰਦਾ ਹੈ ਅਤੇ ਮਨੁੱਖ ਨੂੰ ਇੱਕ ਪਰਮ ਜੀਵਨ ਦੇ ਆਨੰਦ ਦੀ ਅਵਸਥਾ ਦਾ ਅਨੁਭਵ ਕਰਵਾਉਂਦਾ। ਇਸੇ ਪ੍ਰਕਾਰ ਭਗਤ ਕਬੀਰ ਸਾਹਿਬ ਜੀ ਬਖਸ਼ਿਸ਼ ਕਰਦੇ ਹਨ। ਕਬੀਰ ਮਾਏ ਮੁੰਡੋ ਤੇ ਗੁਰੂ ਕੀ, ਜਾ ਤੇ ਭਰਮ ਨਾ ਜਾਏ। ਸਾਡੇ ਸਮਾਜ ਦੇ ਵਿੱਚ ਜਦੋਂ ਅਸੀਂ ਵਿਚਰਦੇ ਹਾਂ ਉਹਦੇ ਵਿੱਚ ਇੱਕ ਗੱਲ ਆਪ ਜੀ ਸਾਰਿਆਂ ਨੇ ਸਪਸ਼ਟ ਰੂਪ ਦੇ ਵਿੱਚ ਦੇਖੀ ਹੋਏਗੀ। ਅਗਰ ਕੋਈ ਵਿਦਿਆਰਥੀ ਗਲਤ ਹੈ, ਕਿਸੇ ਵਿਦਿਆਰਥੀ ਦੇ ਕਰਮ ਸ਼੍ਰੇਸ਼ਟ ਨਹੀਂ ਹਨ, ਉਹਦੇ ਜੀਵਨ ਦਾ ਆਚਰਣ ਉੱਚਾ ਸੁੱਚਾ ਨਹੀਂ ਬਣ ਸਕਿਆ, ਜਾਂ ਉਹ ਆਪਣੇ ਜੀਵਨ 'ਚ ਕਿਸੇ ਉੱਚਤਾ ਨੂੰ ਨਹੀਂ ਪ੍ਰਾਪਤ ਕਰ ਸਕਿਆ, ਨਿਵਾਣ ਦੇ ਸਾਜ 'ਤੇ ਰਹਿ ਗਿਆ ਹੈ, ਅਤੇ ਯਕੀਨਨ ਜਦੋਂ ਉਸ ਦੀ ਔਗੁਣਾਂ ਦੀ ਜਾਂ ਉਸ ਦੇ ਬੁਰੇ ਪੱਖ ਦੀ ਲੋਕ ਚਰਚਾ ਕਰਦੇ ਨੇ, ਉਹਦੇ ਉਸਤਾਦ ਨੂੰ, ਉਹਦੇ ਅਧਿਆਪਕ ਨੂੰ ਵੀ ਬਾਕਾਇਦਾ ਇੱਕ ਗਾਲ ਦਿੰਦੇ ਹਨ ਕਿ ਉਹਦੇ ਕਰਕੇ ਦੀ ਘਾੜਤ ਨਹੀਂ ਹੋ ਸਕੀ। ਇਸੇ ਪ੍ਰਕਾਰ ਅਗਰ ਕੋਈ ਇਨਸਾਨ ਪੁੱਤਰ ਰੂਪ ਦੇ ਵਿੱਚ, ਧੀ ਰੂਪ ਦੇ ਵਿੱਚ ਕਿਸੇ ਮੰਦ ਕਰਮਾਂ ਵਾਲਾ ਰਹਿ ਜਾਵੇ, ਸ਼ੁਭ ਗੁਣਾਂ ਦਾ ਧਾਰਨੀ ਨਾ ਹੋਵੇ, ਤਾਂ ਸੁਭਾਵਿਕ ਇੱਕ ਸਮਾਜ ਦਾ ਪ੍ਰਚਲਨ ਜਿਹਾ ਹੈ ਉਹਦੀ ਮਾਤਾ ਨੂੰ ਗਾਲ ਜਾਂਦੀ ਹੈ। ਇਸ ਤਰ੍ਹਾਂ ਦਾ ਇੱਕ ਮੁਹਾਵਰਾ ਸਾਡੇ ਵਿੱਚ ਚੱਲਿਆ ਜਾਂਦਾ ਹੈ ਕਿ ਜਿਹਦੇ ਤੋਂ ਉਹਦਾ ਆਰੰਭ ਹੋਇਆ ਉਹਨੂੰ ਨਿੰਦਤਾਈ ਦੇ ਭਾਵ ਵਿੱਚ ਰੱਖਿਆ ਜਾਂਦਾ। ਤਾਂ ਭਗਤ ਕਬੀਰ ਸਾਹਿਬ ਜੀ ਅੱਜ ਦੇ ਸ਼ਲੋਕ ਵਿੱਚ ਇਸੇ ਮੁਹਾਵਰੇ ਦੇ ਵਿੱਚ ਸਾਨੂੰ ਬਖਸ਼ਿਸ਼ ਕਰ ਰਹੇ ਹਨ। ਆਖਦੇ ਹਨ, ਕਬੀਰ ਮਾਏ ਮੁੰਡੋ ਤੇ ਗੁਰੂ ਕੀ। ਭਾਵ ਕਿ ਇਹਦੇ ਜੇ ਸਿੱਧੇ ਜਿਹੇ ਅਰਥ ਅਸੀਂ ਟੀਕੇ ਦੇ ਵਿੱਚ ਪੜ੍ਹੀ, ਇਸ ਤਰ੍ਹਾਂ ਲਿਖਿਆ ਹੁੰਦਾ ਹੈ ਕਿ ਮਾਏ ਮੁੰਡੋ ਭਾਵ ਕਿ ਜਿਸ ਗੁਰੂ ਦੇ ਨਾਲ ਜੁੜ ਕੇ, ਜਿਸ ਗੁਰੂ ਦਾ ਸਿੱਖ ਬਣ ਕੇ ਮਨੁੱਖ ਦੇ ਮਨ ਦਾ ਭਰਮ ਨਹੀਂ ਨਿਵਰਤ ਹੋਇਆ, ਮਨੁੱਖ ਦੇ ਅੰਦਰੋਂ ਅਗਿਆਨ ਨਹੀਂ ਗਿਆ, ਉਹ ਮਾਇਆ ਦੀ ਮੈਲ ਤੋਂ ਮੁਕਤ ਨਹੀਂ ਹੋ ਸਕਿਆ, ਦੁਬਦਾ ਤੋਂ ਉਹਦਾ ਛੁਟਕਾਰਾ ਨਹੀਂ ਸੰਭਵ ਹੋਇਆ, ਜਾਂ ਗੁਰੂ ਦੀ ਦੱਸੀ ਮਰਜ਼ਾਦਾ ਨੂੰ ਉਹ ਪੂਰਨ ਰੂਪ ਵਿੱਚ ਧਾਰਨ ਨਹੀਂ ਕਰ ਸਕਿਆ, ਕੇਵਲ ਨਾਮ ਤਰੀਕ ਰਹਿ ਗਿਆ, ਜਾਂ ਗੁਰੂ ਕੋਲੋਂ ਸਿੱਖਿਆ ਹੀ ਐਸੀ ਮਿਲੀ ਜਿਹਨੂੰ ਧਾਰਨ ਕਰਕੇ ਵੀ ਜੀਵਨ 'ਚ ਕੋਈ ਉਚਾਈ ਨਹੀਂ ਮਿਲੀ, ਤਾਂ ਗੁਰੂ ਸਾਹਿਬ ਜੀ ਕਹਿੰਦੀ ਅਜਿਹੀ ਮਾਤਾ ਦਾ, ਅਜਿਹੇ ਗੁਰੂ ਦੀ ਮਾਤਾ ਦਾ ਸਿਰ ਮੁੰਨ ਦੇਣਾ ਚਾਹੀਦਾ। ਭਾਵ ਕਿ ਮਾਏ ਮੁੰਡੋ ਤੇ ਗੁਰੂ ਕੀ, ਜਾ ਤੇ ਭਰਮ ਨਾ ਜਾਏ। ਹੁਣ ਇੱਕ ਨੁਕਤੇ ਤੋਂ ਆਪ ਜੀ ਨੂੰ ਐਸਾ ਪ੍ਰਤੀਤ ਹੋਏਗਾ ਕਿ ਸ਼ਬਦ ਕਠਨ ਹਨ, ਕਠੋਰ ਹਨ, ਪਰ ਇਹਦਾ ਭਾਵ ਇਹ ਹੈ ਕਿ ਜਿਸ ਨੇ ਵੀ ਜਿਸ ਪੱਖ ਤੋਂ ਘਾੜਤ ਘੜਨੀ ਹੈ, ਅਗਰ ਉਹਨੇ ਉਹਦੀ ਘਾੜਤ ਸ਼ੁਭ ਗੁਣਾਂ ਅਨੁਸਾਰ ਨਾ ਕੀਤੀ ਤਾਂ ਉਹਦਾ ਜ਼ਿੰਮੇਦਾਰ ਹੋਏਗਾ। ਤਾਂ ਇਸੇ ਪ੍ਰਕਾਰ ਭਗਤ ਕਬੀਰ ਸਾਹਿਬ ਜੀ ਕਹਿੰਦੇ, ਕਬੀਰ ਮਾਏ ਮੁੰਡੋ ਤੇ ਗੁਰੂ ਕੀ, ਜਾ ਤੇ ਭਰਮ ਨਾ ਜਾਏ। ਪਹਿਲਾਂ ਵੀ ਆਪ ਜੀ ਦੇ ਨਾਲ ਨੁਕਤਾ ਸਾਂਝਾ ਕੀਤਾ ਸੀ ਕਿ ਭਗਤ ਕਬੀਰ ਸਾਹਿਬ ਜੀ ਦੇ ਸ਼ਲੋਕ ਉਸ ਸਮੇਂ ਦੀ ਧਾਰਮਿਕ ਸਥਿਤੀ ਦੇ ਅਨੁਕੂਲ ਸਮਝਣੇ ਚਾਹੀਦੇ ਹਨ। ਇੱਕ ਪੱਖ ਇਹ ਹੈ। ਦੂਜਾ ਪੱਖ ਹੈ, ਜੇ ਅੱਜ ਦਾ ਵੀ ਜੇ ਕੋਈ ਸੰਦਰਭ ਹੈ ਤਾਂ ਉਹ ਵੀ ਪੂਰਾ ਪ੍ਰਸੰਗਿਕ ਹੈ, ਕੋਈ ਜ਼ਰਾ ਮਾਤਰ ਫਰਕ ਨਹੀਂ ਹੈ। ਤਾਂ ਹੁਣ ਮਨੁੱਖ ਆਪਣੇ ਜੀਵਨ ਦੇ ਵਿੱਚ ਉਦਾਹਰਨ ਦੇ ਤੌਰ 'ਤੇ ਵਿੱਦਿਆ ਦਾ ਧਨ ਪ੍ਰਾਪਤ ਕਰਨ ਦੇ ਲਈ ਪਾਠਸ਼ਾਲਾ ਜਾਂਦਾ ਹੈ। ਉੱਥੇ ਹੁਣ ਜਿਹੜਾ ਪਾਠਸ਼ਾਲਾ ਦੇ ਵਿੱਚ ਅਧਿਆਪਕ ਨਿਯਤ ਹੈ, ਜਿਹਦੀ ਉੱਥੇ ਜ਼ਿੰਮੇਵਾਰੀ ਹੈ, ਅਗਰ ਉਹ ਆਪ ਅਧਿਆਪਕ ਦੇ ਅਰਥਾਂ ਵਿੱਚ ਪੂਰਨ ਨਹੀਂ ਹੈ, ਪਹਿਲਾਂ ਉਹ ਵਿੱਦਿਆ ਦੇ ਧਨ ਨਾਲ ਆਪ ਪੂਰੀ ਤਰ੍ਹਾਂ ਸੱਜਿਆ ਨਹੀਂ ਹੋਇਆ, ਗਿਆਨ ਦਾ ਬਹੁਤ ਵੱਡਾ ਧਨ ਪ੍ਰਤਿਭਾ ਉਹਨੇ ਜੇ ਆਪ ਨਹੀਂ ਕਮਾਈ ਹੋਈ, ਤਾਂ ਯਕੀਨਨ ਉਹ ਵਿਦਿਆਰਥੀ ਨੂੰ ਕੁਝ ਨਹੀਂ ਦੇ ਸਕੇਗਾ, ਜੇ ਦੇਗਾ ਤਾਂ ਬਹੁਤ ਥੋੜ੍ਹਾ। ਤਾਂ ਇਸ ਕਰਕੇ ਭਗਤ ਕਬੀਰ ਸਾਹਿਬ ਜੀ ਕਹਿੰਦੇ, ਜਦ ਗੁਰੂ ਦੀ ਸ਼ਰਨ ਜਾਣਾ ਹੈ ਤਾਂ ਮਨੁੱਖ ਇੰਨਾ ਸੁਚੇਤ ਹੋਣਾ ਚਾਹੀਦਾ ਹੈ, ਇੰਨਾ ਸਜਗ ਹੋਣਾ ਚਾਹੀਦਾ, ਉਹਨੂੰ ਕੱਚ ਅਤੇ ਸੱਚ ਦਾ ਫਰਕ ਪਤਾ ਹੋ ਜਾਵੇ। ਅਸੀਂ ਦੁਨਿਆਵੀ ਵਸਤਾਂ ਖਰੀਦਦੇ ਹਾਂ ਨਾ, ਤਾਂ ਸਾਨੂੰ ਪਤਾ ਹੁੰਦਾ ਕਿ ਕਿਹੜੀ ਵਸਤ ਕਿੰਨੀ ਕੁ ਅਸਲ ਹੈ ਅਤੇ ਕਿੰਨੀ ਕੁ ਨਕਲ ਹੈ।
ਤਾਂ ਭਗਤ ਕਬੀਰ ਸਾਹਿਬ ਜੀ ਇਹ ਦੋਵੇਂ ਪੱਖਾਂ 'ਤੇ ਗੱਲ ਕਹਿ ਰਹੇ ਹਨ। ਉਸ ਵਕਤ ਦੇ ਜਿਹੜੇ ਦੰਭੀ ਗੁਰੂ ਬਣੇ ਹੋਏ ਹਨ ਅਤੇ ਉਸੇ ਪ੍ਰਕਾਰ ਅਤੇ ਜਿਹੜੇ ਭਰਮ ਦੇ ਹੋਏ ਲੋਕ ਕੱਚਿਆਂ ਦੇ ਮਗਰ ਲੱਗ ਰਹੇ ਹਨ, ਦੋਵਾਂ ਦੇ ਸੰਬੰਧ ਵਿੱਚ ਇਹ ਗੱਲ ਹੈ। ਤਾਂ ਭਗਤ ਕਬੀਰ ਸਾਹਿਬ ਜੀ ਕਹਿੰਦੇ ਜਾ ਤੇ ਭਰਮ ਨਾ ਜਾਏ। ਹੁਣ ਅਸੀਂ ਬਾਣੀ ਦੇ ਵਿੱਚ ਵਾਕ ਪੜ੍ਹਦੇ ਹਾਂ, ਸਤਿਪੁਰਖ ਜਿਨ ਜਾਣਿਆ ਸਤਿਗੁਰ ਤਿਸ ਕਾ ਨਾਉ, ਕਿ ਗੁਰੂ ਸਰੂਪ ਨਾਮ ਉਹਦਾ ਹੈ ਜਿਹੜਾ ਸੱਤ ਤੱਤ ਨੂੰ ਪਹਿਲਾਂ ਆਪ ਪਛਾਣ ਚੁੱਕਾ ਅਤੇ ਫਿਰ ਦੂਜੇ ਨੂੰ ਪਛਾਣਨ ਦੀ ਅਵਸਥਾ ਦਾ ਅਨੁਭਵ ਕਰਾ ਦਿੰਦਾ ਹੈ, ਦੂਜੇ ਦੇ ਜੀਵਨ ਵਿੱਚ ਐਸਾ ਅਨੁਭਵ ਵਰਤਾ ਦਿੰਦਾ ਹੈ। ਅਤੇ ਭਗਤ ਕਬੀਰ ਸਾਹਿਬ ਜੀ ਨੇ ਕਿਹਾ ਜਾ ਤੇ ਭਰਮ ਨਾ ਜਾਏ, ਭਾਵ ਕਿ ਕਿਉਂਕਿ ਉਸ ਸਮੇਂ ਦੇ ਵਿੱਚ ਵੀ ਅੱਜ ਦੇ ਸਮੇਂ ਵਿੱਚ ਵੀ ਕੱਚੇ ਗੁਰੂ ਵੀ ਬੜੇ ਪ੍ਰਚਲਿਤ ਹਨ ਅਤੇ ਕੱਚੇ ਸਿੱਖ ਵੀ ਬੜੇ ਪ੍ਰਚਲਿਤ ਹਨ। ਇੱਕ ਦਫਾ ਕੱਚੇ ਗੁਰੂ ਕੋਲੋਂ ਉਹਦਾ ਗੁਰ ਮੰਤਰ ਲੈ ਲੈਂਦੇ ਨੇ, ਮੁੜ ਕੇ ਸਾਰਾ ਜੀਵਨ ਨਾ ਗੁਰੂ ਇਸ ਗੱਲ ਦਾ ਧਿਆਨ ਰੱਖਦਾ ਕਿ ਸਿੱਖ ਨੇ ਗੁਰ ਮੰਤਰ ਲਿਆ, ਇਹ ਇਹਦੇ ਜੀਵਨ ਦਾ ਸਮੁੱਚਾ ਅਭਿਆਸ ਕਰ ਰਿਹਾ ਕਿ ਨਹੀਂ, ਅਤੇ ਨਾ ਹੀ ਜਿਹੜੇ ਸਿੱਖ ਨੂੰ ਇਸ ਗੱਲ ਦੀ ਪਰਵਾਹ ਹੁੰਦੀ ਹੈ। ਇਸ ਕਰਕੇ ਗੁਰੂ ਧਾਰਨ ਕਰਨ ਦੇ ਬਾਵਜੂਦ ਵੀ ਉਹਨਾਂ ਦਾ ਜੀਵਨ ਨਗੁਰਿਆਂ ਵਾਲਾ ਹੀ ਰਹਿੰਦਾ ਹੈ। ਤਾਂ ਭਗਤ ਕਬੀਰ ਸਾਹਿਬ ਜੀ ਕਹਿੰਦੇ ਕਬੀਰ ਮਾਏ ਮੁੰਡੋ ਤੇ ਗੁਰੂ ਕੀ ਜਾਤੇ ਭਰਮ ਨਾ ਜਾਏ। ਹੁਣ ਇਹਦਾ ਗਿਆਨਾਤਮਕ ਭਾਵ ਆਪਦੇ ਸਨਮੁਖ ਰੱਖਾਂ। ਮਨੁੱਖ ਜਦੋਂ ਕਿਸੇ ਗੁਰੂ ਸਰੂਪ ਨੂੰ ਧਾਰਨ ਕਰਕੇ ਉਹਦੇ ਨਾਲ ਜੁੜਦਾ ਹੈ, ਉਹਦਾ ਪਹਿਲਾ ਕਾਰਨ ਤਾਂ ਇਹ ਹੋਣਾ ਚਾਹੀਦਾ ਹੈ ਕਿ ਮਨੁੱਖ ਦੇ ਪਾਸ ਇੱਕ ਉੱਚਾ ਅਧਿਆਤਮਕ ਮਨੋਰਥ ਹੋਵੇ। ਇਹ ਨਹੀਂ ਕਿ ਕੇਵਲ ਮੈਂ ਸਮਾਜ ਦੇ ਵਿੱਚ ਨਾਸਤਿਕ ਜਾਂ ਨਗੁਰਾ ਨਹੀਂ ਅਖਵਾਉਣਾ ਚਾਹੁੰਦਾ ਤਾਂ ਕਰਕੇ ਗੁਰੂ ਧਾਰਨ ਕਰ ਰਿਹਾ। ਇਹ ਬਹੁਤ ਹਲਕੇ ਨੁਕਤੇ ਨੇ। ਇੱਕ ਮਨੁੱਖ ਦੇ ਅੰਦਰ ਜਾਗੀ ਹੋਈ ਤਲਾਸ਼, ਇੱਕ ਉਹਦੇ ਅੰਦਰ ਜੀਵਨ ਦੇ ਪਰਮ ਅਰਥਤਾ ਦੀ ਇੱਕ ਖੋਜ ਹੋਵੇ, ਉਹਦੇ ਵਿੱਚੋਂ ਕਿਸੇ ਗੁਰੂ ਦੀ ਭਾਲ ਕਰੇ ਔਰ ਉਹ ਭਾਲ ਦੇ ਮੁਕਾਮ ਉਹਨੂੰ ਆਪਣੇ ਜੀਵਨ ਦੇ ਵਿੱਚੋਂ ਹੀ ਲੱਭਣੇ ਚਾਹੀਦੇ ਹਨ। ਜੇ ਆਪ ਜੀ ਭਾਈ ਲਹਿਣਾ ਜੀ ਜਾਂ ਸ੍ਰੀ ਅਮਰਦਾਸ ਜੀ ਦੇ ਜੀਵਨ ਵਿੱਚ ਜਿਹੜੀ ਗੁਰੂ ਦੀ ਤਲਾਸ਼ ਪੈਦਾ ਹੋ ਰਹੀ ਹੈ, ਉਹਨਾਂ ਨੂੰ ਗੰਭੀਰਤਾ ਦੇ ਨਾਲ ਵਾਚੋਗੇ ਤਾਂ ਬੜਾ ਕੁਝ ਸਪਸ਼ਟ ਹੁੰਦਾ ਹੈ। ਧਰਮ ਦਾ ਅਮਲ ਦੇ ਵਿੱਚ ਭਾਈ ਲਹਿਣਾ ਜੀ ਵੀ ਪਏ ਹੋਏ ਨੇ ਔਰ ਬੜਾ ਲੰਮਾ ਅਮਲ ਕੀਤਾ ਹੈ ਔਰ ਉਸ ਅਮਲ ਦੇ ਵਿੱਚ ਪੂਰੀ ਭਾਵਨਾ ਵੀ ਸ਼ਾਮਲ ਕੀਤੀ ਹੈ, ਪੂਰਾ ਯਤਨ ਵੀ ਕੀਤਾ ਹੈ, ਪੂਰਾ ਸਮਰਪਣ ਵੀ ਹੈ। ਪਰ ਕੀ ਹੋ ਰਿਹਾ ਹੈ, ਪੂਜਾ ਦਾ ਵਿਧਾਨ ਵੀ ਅਪਣਾਇਆ, ਤੀਰਥ ਯਾਤਰਾ ਦਾ ਵੀ ਅਪਣਾਇਆ, ਸੇਵਾ ਦਾ ਕਰਮ ਵੀ ਅਪਣਾਇਆ, ਸਮਾਧੀ ਦਾ ਕਰਮ ਵੀ ਕਰਦੇ ਨੇ। ਪਰ ਇਸ ਸਮੁੱਚ ਕਰਮ ਨੂੰ ਕਰਦਿਆਂ ਹੋਇਆਂ ਜੀਵਨ ਦੇ ਵਿੱਚ ਕੋਈ ਭਰਮ ਦੀ ਇੱਕ ਖਾਸ ਜਾਂ ਕੋਈ ਜੀਵਨ ਦੇ ਵਿੱਚ ਕੁਝ ਖਾਸ ਐਸਾ ਬਣਿਆ ਪਿਆ ਹੈ ਜਿਹੜਾ ਇਸ ਸਾਰੇ ਦੇ ਨਾਲ ਨਹੀਂ ਟੁੱਟ ਰਿਹਾ। ਤਾਂ ਫਿਰ ਉਹਦੇ ਲਈ ਕਿਸੇ ਐਸੇ ਪੂਰਨ ਪੁਰਖ ਦੀ ਲੋੜ ਹੈ ਜਿਹੜੇ ਅੰਤਰ ਦੇ ਭੇਦ ਨੂੰ ਜਣਾ ਦੇਵੇ। ਇਸੇ ਪ੍ਰਕਾਰ ਫਿਰ ਭਗਤ ਕਬੀਰ ਸਾਹਿਬ ਨੇ ਕਿਹਾ ਜਾ ਤੇ ਭਰਮ ਨਾ ਜਾਏ। ਹੁਣ ਸਤਿਗੁਣ ਅਸੀਂ ਗੁਰਬਾਣੀ ਦੇ ਵਿੱਚ ਇਤਿਹਾਸ ਵਿੱਚ ਜ਼ਿਕਰ ਸਰਵਣ ਕੀਤਾ ਹੈ ਕਿ ਜਦੋਂ ਭਾਈ ਲਹਿਣਾ ਜੀ ਉੱਥੇ ਆਪਣੇ ਸੰਗੀਆਂ ਨਾਲ ਰੁਕ ਗਏ, ਉਹਨਾਂ ਨੇ ਇੱਕ ਮਨ ਦੇ ਵਿੱਚ ਗੱਲ ਧਾਰਨ ਕਰ ਲਈ ਕਿ ਸਤਿਗੁਰੂ ਗੁਰੂ ਨਾਨਕ ਸਾਹਿਬ, ਜਿਵੇਂ ਇਤਿਹਾਸ ਜ਼ਿਕਰ ਮਿਲਦਾ ਕਿ ਅਗਰ ਲੈਣ ਆਉਣ ਜਾਂ ਪਛਾਣ ਲੈਣ ਤਾਂ ਪੂਰਨ ਗੁਰੂ ਮੰਨਾਂਗਾ। ਤਾਂ ਇਸੇ ਪ੍ਰਕਾਰ ਜਦੋਂ ਗੁਰੂ ਸਾਹਿਬ ਜੀ ਨੇ ਉਹ ਘਟਨਾ ਵਾਪਰਾਈ ਉਹਦੇ ਨਾਲ, ਤਾਂ ਭਾਈ ਲਹਿਣਾ ਜੀ ਇਸ ਗੱਲ ਤੋਂ ਬੜੇ ਆਨੰਦਿਤ ਹੋਏ ਅਤੇ ਉਹਨਾਂ ਨੂੰ ਪੂਰਨ ਮੁਕਾਮ ਮਿਲ ਗਿਆ। ਹੁਣ ਇਸ ਗੱਲ ਦਾ ਭਾਵ ਕੀ ਹੈ ਕਿ ਜਦੋਂ ਬੰਦਾ ਗੁਰੂ ਦੀ ਤਲਾਸ਼ ਲਈ ਜਾਗਿਆ ਹੋ ਕੇ ਤਲਾਸ਼ ਕਰਦਾ ਹੈ, ਫਿਰ ਉਹਨੂੰ ਪਤਾ ਲੱਗ ਜਾਂਦਾ ਹੈ ਕਿ ਮੇਰੀ ਤਲਾਸ਼ ਕੀ ਹੈ ਅਤੇ ਮੈਨੂੰ ਕਿਸ ਪੱਧਰ ਦਾ ਗੁਰੂ ਚਾਹੀਦਾ ਜਾਂ ਗੁਰੂ ਦਾ ਕਿਹੜਾ ਵੱਡੀ ਉੱਚੀ ਪ੍ਰਤਿਭਾ ਹੋਵੇ ਜਿਹਦੇ ਨਾਲ ਉਹ ਮੇਰੇ ਭਰਮ ਦੀ ਨਿਵਰਤੀ ਕਰ ਸਕਦਾ। ਅਤੇ ਫਿਰ ਇਸੇ ਪ੍ਰਕਾਰ ਇੱਥੇ ਰਮਜ ਖੁੱਲ੍ਹਦੀ ਹੈ ਸਤਿਪੁਰਖ ਜਿਨ ਜਾਣਿਆ, ਕਿ ਗੁਰੂ ਸਰੂਪ ਇੱਕ ਤਾਂ ਉਹ ਹੈ ਜਿਹੜਾ ਕਰਤਾਰਪੁਰ ਦੇ ਵਿੱਚ ਗੁਰੂ ਨਾਨਕ ਸਰੂਪ ਵਸ ਰਹੇ ਹਨ, ਪਰ ਗੁਰੂ ਦਾ ਉਹੀ ਸਰੂਪ ਬ੍ਰਹਿਮੰਡ ਦੇ ਹਰ ਜ਼ਰਰੇ ਵਿੱਚ ਆਪਣੀ ਹੋਂਦ ਰੱਖਦਾ ਹੈ। ਅਤੇ ਜਦੋਂ ਹੀ ਉਹ ਖਿਆਲ ਭਾਈ ਲਹਿਣਾ ਜੀ ਨੇ ਧਾਰਨ ਕੀਤਾ, ਉਸ ਖਿਆਲ ਦੀ ਦਸਤਕ ਗੁਰੂ ਨਾਨਕ ਦੇ ਚਰਨਾਂ ਵਿੱਚ ਪਈ ਅਤੇ ਸੇਵਕ ਦੇ ਬਿਰਧ ਕਰਮ ਨੂੰ ਉਭਾਰਨ ਦੇ ਲਈ ਗੁਰੂ ਸਾਹਿਬ ਜੀ ਨੇ ਉਸੇ ਪ੍ਰਕਾਰ ਨਵਾਜ਼ਿਸ਼ ਕਰ ਦਿੱਤੀ। ਤਾਂ ਇਸ ਕਰਕੇ ਗੁਰੂ ਸਾਹਿਬ ਜੀ ਕਹਿੰਦੇ ਮਾਏ ਮੁੰਡੋ ਤੇ ਗੁਰੂ ਕੀ ਜਾ ਤੇ ਭਰਮ ਨਾ ਜਾ। ਇਸ ਕਰਕੇ ਉਸ ਗੁਰੂ ਤੋਂ ਆਪਣੀ ਦੂਰੀ ਬਣਾ ਲੈਣੀ ਚਾਹੀਦੀ ਹੈ, ਉਹਦਾ ਸਾਥ ਛੱਡ ਦੇਣਾ ਚਾਹੀਦਾ ਹੈ ਜਿਹੜਾ ਤੁਹਾਡੇ ਮਨ ਦੇ ਭਰਮ ਨੂੰ ਨਿਵਰਤ ਨਹੀਂ ਕਰ ਸਕਦਾ। ਜੇ ਆਪ ਜੀ ਅੱਜ ਅਜੋਕੇ ਸਮੇਂ ਦਾ ਯੂਨੀਵਰਸਿਟੀ ਦੇ ਵਿਦਿਆਲਿਆਂ ਦਾ ਥੋੜ੍ਹਾ ਜਾਣੂ ਹੋਵੋ ਤਾਂ ਜਿਹੜੇ ਬੰਦੇ ਰਿਸਰਚ ਕਰਦੇ ਨੇ ਉਹਨਾਂ ਦਾ ਜਿਹੜਾ ਨਿਗਰਾਨ ਹੁੰਦਾ ਹੈ ਉਹ ਉਸ ਦਿਨ ਤੋਂ ਉਹਨੂੰ ਗੁਰੂ ਕਹਿਣਾ ਸ਼ੁਰੂ ਕਰ ਦਿੰਦੇ ਨੇ।
ਉਹਨੂੰ ਮਤਲਬ ਗੁਰਦੇਵ ਲਿਖਦੇ ਨੇ, ਬੜਾ ਕੁਝ ਲਿਖਦੇ ਨੇ। ਹੁਣ ਉਸਨੇ ਵਿੱਦਿਆ ਦਾ ਬਹੁਤ ਧਨ ਦੇ ਦਿੱਤਾ ਹੈ। ਹੋ ਸਕਦਾ ਵਿੱਦਿਆ ਦੀ ਬਹੁਤ ਸਾਨੂੰ ਉਹਨੇ ਉਪਲਬਧ ਕਰਵਾ ਦਿੱਤਾ ਹੋਵੇ, ਬੜੇ ਵਿਸ਼ਿਆਂ ਦਾ ਸੂਖਮ ਗਿਆਨ ਦੇ ਦਿੱਤਾ ਹੋਵੇ, ਪਰ ਉਸ ਨੂੰ ਗਿਆਨ ਨੂੰ ਗ੍ਰਹਿਣ ਕਰਕੇ ਜੇ ਮਨੁੱਖ ਦੇ ਮਨ ਅੰਦਰੋਂ ਵਿਕਾਰਾਂ ਦੀ ਪਾਹਾ ਨਹੀਂ ਗਈ, ਮਨੁੱਖ ਦਾ ਜੀਵਨ ਵਿਕਾਰਾਂ ਦੇ ਅਗਨ ਤੋਂ ਅਜੇ ਪਰਾਂ ਨਹੀਂ ਗਿਆ, ਜਾਂ ਉਹ ਦੁਬਦਾ ਆਸਾ ਮਨਸਾ ਤ੍ਰਿਸ਼ਨਾ ਵਾਸ਼ਨਾ ਤੋਂ ਰਹਿਤ ਨਹੀਂ ਹੋ ਸਕਿਆ, ਤਾਂ ਇਹਦਾ ਭਾਵ ਉਹਨੇ ਅਜੇ ਤੈਨੂੰ ਬਾਹਰੀ ਗਿਆਨ ਦੇ ਨਾਲ ਇੰਟਰੋਡਿਊਸ ਕਰਾਇਆ ਹੈ। ਗਿਆਨ ਦਾ ਉਹ ਪੱਖ ਜਿਹੜਾ ਤੇਰੇ ਅੰਤਰ ਜੀਵਨ ਨੂੰ ਰੌਸ਼ਨ ਕਰੇਗਾ, ਅਜੇ ਉਹਨੇ ਤੈਨੂੰ ਉਹਦੇ ਨਾਲ ਰੂਬਰੂ ਨਹੀਂ ਕਰਾਇਆ। ਇਹਦਾ ਮਤਲਬ ਹੈ ਕਿ ਅਜੇ ਉਹ ਆਪ ਨਹੀਂ ਜਾਣੂ। ਇਸ ਕਰਕੇ ਦੁਨੀਆ ਦੇ ਵਿੱਚ ਜਿਹੜਾ ਗਿਆਨ ਦਾ ਵਰਤਾਰਾ ਹੈ, ਬਹੁਤੇ ਇਹਦੇ ਵਰਤਾਵੇ ਹੀ ਹਨ, ਅਸਲ ਪੈਦਾ ਕਰਨ ਵਾਲੇ ਬਹੁਤ ਘੱਟ ਹਨ। ਕਿਸੇ ਵਿਸ਼ੇ ਦਾ ਗਿਆਨ ਪੈਦਾ ਹੋਇਆ, ਇੱਕ ਨੇ ਕਮਾਇਆ, ਉਹਨੇ ਅੱਗੇ ਪਰੋਸ ਦਿੱਤਾ, ਉਹਨੇ ਅੱਗੇ ਪਰੋਸ ਦਿੱਤਾ, ਅਤੇ ਉਹ ਗੁਰੂ ਦੀ ਜਿਹੜੀ ਇੱਕ ਸਿਲਸਿਲਾ ਹੈ ਚੇਲੇ ਦਾ, ਉਹ ਬਾਹਰੀ ਰੂਪ ਦੇ ਵਿੱਚ ਹੀ ਚੱਲ ਰਿਹਾ ਹੈ। ਗੁਰਬਾਣੀ 'ਚ ਵਾਕ ਆਉਂਦਾ, ਘਰ ਮੈਂ ਘਰ ਦੇ ਖਾਏ ਦੇ, ਸੋ ਸਤਿਗੁਰ ਪੁਰਖ ਸੁਜਾਨ। ਹੁਣ ਸੰਸਾਰ ਦੇ ਵਿੱਚ ਅਧਿਆਤਮ ਦੀਆਂ ਮੁੱਖ ਸਮੱਸਿਆਵਾਂ ਕੀ ਹਨ ਕਿ ਮਨੁੱਖ ਦਾ ਮਨ ਵਸ 'ਚ ਨਹੀਂ ਹੈ। ਮਨੁੱਖ ਦੀ ਜਿਹੜੀ ਸੁਰਤ ਹੈ ਉਹ ਬਾਹਰ ਮੁਖੀ ਹੈ। ਮਨੁੱਖ ਦਾ ਜਿਹੜਾ ਚਿੱਤ ਹੈ ਉਹ ਦੁਨਿਆਵੀ ਯਾਦਾਸ਼ਤਾਂ ਪਦਾਰਥਾਂ ਦੇ ਮੋਹ ਨਾਲ ਪ੍ਰਵਿਰਤ ਹੋਇਆ ਹੈ, ਅਤੇ ਮਨੁੱਖ ਨੂੰ ਜਨਮ ਮਰਨ ਦਾ ਵੱਡਾ ਸੰਕਟ ਹੈ। ਇਹ ਅਧਿਆਤਮ ਦੀਆਂ ਪ੍ਰਮੁੱਖ ਸਮੱਸਿਆਵਾਂ ਨੇ, ਅਤੇ ਜਿਹੜਾ ਗੁਰੂ ਇਹਨਾਂ ਸਮੱਸਿਆਵਾਂ ਨੂੰ ਹੱਲ ਨਹੀਂ ਕਰਦਾ ਤਾਂ ਭਗਤ ਕਬੀਰ ਸਾਹਿਬ ਜੀ ਕਹਿੰਦੇ ਅਜਿਹੇ ਗੁਰੂ ਦਾ ਸਾਥ ਨਹੀਂ ਸੁਹਾਵਣਾ ਹੈ, ਕਿਉਂਕਿ ਜਾ ਤੇ ਭਰਮ ਨਾ ਜਾਏ, ਜਿਹਦੇ ਕੋਲ ਬੈਠਿਆਂ ਜਿਹਦੇ ਸੰਗ ਰਿਆਂ ਮਨੁੱਖ ਦੇ ਮਨ ਦਾ ਭਰਮ ਨਿਵਰਤ ਨਹੀਂ ਹੁੰਦਾ। ਇਸੇ ਪ੍ਰਕਾਰ ਇੱਕ ਪ੍ਰਮਾਣ ਆਪਦੇ ਸਨਮੁਖ ਰੱਖਾਂ ਤਾਂ ਕਿ ਗੱਲ ਸਪਸ਼ਟ ਹੋ ਜਾਏ। ਕਿਸੇ ਜਗਿਆਸੂ ਨੇ ਇੱਕ ਪੂਰਨ ਪੁਰਖ ਨੂੰ ਗੁਰੂ ਧਾਰਨ ਕਰ ਲਿਆ। ਉਹਨੇ ਬੜਾ ਦਿਨ ਜਦੋਂ ਪਹਿਲਾਂ ਧਾਰਨ ਕਰਨ ਗਿਆ, ਬੜੇ ਦਿਨ ਉਹਦੇ ਦੁਆਰ 'ਤੇ ਬੈਠਾ ਰਿਹਾ, ਉਹਨੇ ਉਹਨੂੰ ਪ੍ਰਵਾਨ ਨਾ ਕੀਤਾ। ਰੋਜ਼ ਉਹਨੇ ਯਤਨ ਕਰਨਾ, ਰੋਜ਼ ਕਹਿਣਾ ਕਿ ਮੈਂ ਤੁਹਾਡਾ ਸ਼ਿਸ਼ ਬਣਨਾ ਚਾਹੁੰਦਾ। ਉਹਨੇ ਬੜੀ ਦਫਾ ਬੜਾ ਸਮਾਂ ਲੰਘਾ ਦਿੱਤਾ, ਅਤੇ ਆਖਰ ਇੱਕ ਦਿਨ ਜਦੋਂ ਬੜਾ ਸਮਾਂ ਬੀਤ ਗਿਆ, ਬਿਲਕੁਲ ਉਹਨੇ ਕਹਿਣਾ ਵੀ ਬੰਦ ਕਰ ਦਿੱਤਾ ਕਿ ਮੈਨੂੰ ਸ਼ਿਸ਼ ਬਣਾਓ। ਫਿਰ ਉਸ ਪੂਰਨ ਪੁਰਖ ਨੇ ਉਹਨੂੰ ਕੋਲ ਬੁਲਾ ਕੇ ਆਪਣਾ ਗੁਰ ਮੰਤਰ ਦਿੱਤਾ, ਸਾਧਨਾ ਦੇ ਸੂਤਰ ਸਿਖਾਏ, ਸਾਰਾ ਕੁਝ। ਫਿਰ ਜਦੋਂ ਇਹ ਸਾਰੀ ਗੱਲ ਹੋ ਗਈ ਤਾਂ ਫਿਰ ਉਸ ਸ਼ਿਸ਼ ਨੇ ਆਪਣੇ ਗੁਰੂ ਨੂੰ ਪੁੱਛਿਆ ਕਿ ਇੰਨੇ ਸਮੇਂ ਬਾਅਦ ਜਦੋਂ ਤੁਸੀਂ ਮੈਨੂੰ ਪਤਾ ਸੀ ਕਿ ਗੁਰ ਮੰਤਰ ਤੁਸੀਂ ਮੈਨੂੰ ਦੇ ਸਕਦੇ ਹੋ ਜਾਂ ਮੈਨੂੰ ਸ਼ਿਸ਼ ਰੂਪ ਦੇ ਵਿੱਚ ਪ੍ਰਵਾਨ ਕਰ ਸਕਦੇ ਹੋ, ਤਾਂ ਇੰਨਾ ਸਮਾਂ ਕਿਉਂ ਲੰਘਾ ਦਿੱਤਾ, ਕਿਉਂਕਿ ਮੈਨੂੰ ਆਏ ਨੂੰ ਬੜਾ ਸਮਾਂ ਹੋ ਗਿਆ। ਤਾਂ ਉਸ ਪੂਰਨ ਪੁਰਖ ਨੇ ਜਵਾਬ ਦਿੱਤਾ, ਕਹਿੰਦਾ ਜਦੋਂ ਪਹਿਲੀ ਦਫਾ ਆਇਆ ਸੀ ਉਦੋਂ ਤੇਰੇ ਨਾਲ ਬਹੁਤ ਕੁਝ ਸੀ। ਜਿੱਦਣ ਤੂੰ ਪਹਿਲੀ ਦਫਾ ਕਿਹਾ ਸੀ ਉਦੋਂ ਤੇਰੇ ਨਾਲ ਬਹੁਤ ਕੁਝ ਸੀ। ਤੇਰੇ ਮਨ ਦੇ ਭਾਵ, ਤੇਰੇ ਸੁਭਾਅ ਦੀ ਉਤੇਜਨਾ, ਤੇਰੇ ਜਿਹੜੇ ਅੰਦਰ ਭਟਕਣ ਦੀ ਬਣੀ ਹੋਈ ਸਾਰਾ ਪ੍ਰਭਾਵ ਹੈ, ਤੇਰੇ ਬੋਲ ਵਿੱਚੋਂ ਪਛਾਣਿਆ ਜਾ ਰਿਹਾ ਸੀ। ਪਤਾ ਲੱਗ ਰਿਹਾ ਸੀ ਕਿ ਤੇਰੇ ਬੋਲ ਦੇ ਵਿੱਚ ਮਨ ਦਾ ਅਜੇ ਬੜਾ ਦਖਲ ਹੈ। ਤੂੰ ਮੰਗ ਤਾਂ ਕਰ ਰਿਹਾ ਗੁਰੂ ਦੀ, ਪਰ ਅੰਦਰ ਅਜੇ ਗਿਆਨ ਦੀ ਨਹੀਂ, ਕੇਵਲ ਬਾਹਰੀ ਤਲਾਸ਼ ਹੈ। ਇਸ ਕਰਕੇ ਬਾਰ-ਬਾਰ ਮੰਗ ਕਰਕੇ ਤੈਨੂੰ ਆਪਣੇ ਅੰਤਰ ਤੋਂ ਹੀ ਰੂਬਰੂ ਕਰਾਉਣਾ ਸੀ। ਹੁਣ ਜਦੋਂ ਤੂੰ ਆਪਣੇ ਅੰਤਰ ਤੋਂ ਰੂਬਰੂ ਹੁੰਦਾ ਗਿਆ ਤਾਂ ਤੈਨੂੰ ਸਮਝ ਆਉਂਦੀ ਗਈ ਕਿ ਅਜੇ ਤਾਂ ਮੈਂ ਉਸ ਅਵਸਥਾ ਦੇ ਯੋਗ ਹੀ ਨਹੀਂ ਕਿ ਮੈਨੂੰ ਇਹ ਗੁਰੂ ਆਪਣੇ ਸ਼ਿਸ਼ ਰੂਪ ਦੇ ਵਿੱਚ ਪ੍ਰਵਾਨ ਕਰ ਲਏ। ਕਹਿੰਦਾ ਜਿਵੇਂ ਜਿਵੇਂ ਤੇਰਾ ਅੰਦਰੂਨ ਸ਼ਾਂਤ ਹੁੰਦਾ ਗਿਆ, ਅਤੇ ਜਦੋਂ ਅੰਦਰੂਨ ਸ਼ਾਂਤ ਹੋ ਗਿਆ, ਫਿਰ ਉਸ ਤੇਰੇ ਅੰਦਰੂਨ ਸ਼ਾਂਤ ਵਾਲੇ ਹਿਰਦੇ 'ਤੇ ਮੇਰੇ ਉਪਦੇਸ਼ ਨੇ ਟਿਕ ਸਕਣਾ ਸੀ, ਉਦੋਂ ਮੈਂ ਤੈਨੂੰ ਗੁਰੂ ਪ੍ਰਵਾਨ ਕੀਤਾ। ਤਾਂ ਇਸੇ ਪ੍ਰਕਾਰ ਗੁਰੂ ਸਾਹਿਬ ਜੀ ਕਹਿੰਦੇ, ਭਗਤ ਕਬੀਰ ਸਾਹਿਬ ਜੀ ਕਹਿੰਦੇ, ਜਾ ਤੇ ਭਰਮ ਨਾ ਜਾਏ। ਇਸੇ ਪ੍ਰਕਾਰ ਆਪ ਜੀ ਕਦੇ ਰਾਏ ਬੁਲਾਰ ਜੀ ਦੇ ਜਿਹੜੇ 3 ਗੁਰੂ ਨਾਨਕ ਸਾਹਿਬ ਜੀ ਦੇ ਨਾਲ ਸੰਵਾਦ ਹੋਏ ਨਾ, ਉਹਦੇ ਵਿੱਚ ਇੱਕ ਸੰਵਾਦ ਆਉਂਦਾ ਅੰਤਮ ਸਮੇਂ ਜਦੋਂ ਗੁਰੂ ਸਾਹਿਬ ਜੀ ਰਾਏ ਬੁਲਾਰ ਨੂੰ ਮਿਲਣ ਗਏ। ਰਾਏ ਬੁਲਾਰ ਨੇ ਕਿਹਾ, ਸਤਿਗੁਰੂ ਮੈਂ ਤੁਹਾਡੀ ਬੜੀ ਲੰਮਾ ਦਫਾ ਸੰਗਤ ਕੀਤੀ ਹੈ, ਪਰ ਮੇਰੇ ਅੰਦਰ ਅਜੇ ਜਨਮ ਮ੍ਰਿਤੂ ਦਾ ਸੰਕਟ ਨਹੀਂ ਗਿਆ, ਡਰ ਨਹੀਂ ਗਿਆ ਮੇਰੇ ਅੰਦਰੋਂ। ਤਾਂ ਗੁਰੂ ਨਾਨਕ ਸਾਹਿਬ ਜੀ ਨੇ ਉਹਨਾਂ ਨੂੰ ਆਤਮ ਉਪਦੇਸ਼ ਦ੍ਰਿੜ ਕਰਵਾਇਆ। ਸਤਿਗੁਰੂ ਸਾਹਿਬ ਜੀ ਨੇ ਕੁਝ ਸਵਾਲ ਕੀਤੇ ਉਹਨਾਂ ਨੂੰ, ਉਹਨਾਂ ਦੇ ਜਵਾਬ ਤਲਾਸ਼ੇ। ਫਿਰ ਜਦੋਂ ਇਸੇ ਦੌਰਾਨ ਉਹਨਾਂ ਨੂੰ ਆਪਣੇ ਪਰਮ ਸਰੂਪ ਦਾ ਬੋਧ ਹੋ ਗਿਆ। ਗੁਰੂ ਨਾਨਕ ਸਾਹਿਬ ਜੀ ਨੇ ਪਹਿਲਾ ਪ੍ਰਸ਼ਨ ਕੀਤਾ ਕਿ ਜਦੋਂ ਜੀਵਨ ਆਰੰਭ ਹੋਇਆ ਪਹਿਲੀ ਸੁੱਧ ਕਿਹਦੀ ਆਈ? ਅਤੇ ਰਾਏ ਬੁਲਾਰ ਨੇ ਉੱਤਰ ਦਿੱਤਾ, ਪਹਿਲੀ ਸੁੱਧ ਮਾਤਾ ਦੀ ਆਈ। ਆਪਣੇ ਸਰੀਰ ਦੀ ਅਤੇ ਮਾਤਾ ਦੀ ਇਕੱਠੀ ਸੁੱਧ ਆਈ ਜਦੋਂ, ਕਿਉਂਕਿ ਦਰਦ ਹੁੰਦਾ ਸੀ, ਭੁੱਖ ਪਿਆਸ ਪੈਦਾ ਹੁੰਦੀ ਸੀ। ਕਹਿੰਦੇ ਹਾਂ,
ਫਿਰ ਗੁਰੂ ਸਾਹਿਬ ਜੀ ਕਹਿੰਦੇ ਇਸ ਸੁੱਧ ਨੂੰ ਕਦੋਂ ਤੱਕ ਚੱਲਦੀ ਰਹੀ ਦੁਨਿਆਵੀ ਸੁੱਧ? ਕਹਿੰਦੇ ਅੱਜ ਤੱਕ ਚੱਲ ਰਹੀ ਹੈ। ਹਰ ਚੀਜ਼ ਬਾਰੇ ਜਾਣਨਾ ਚਾਹੁੰਦਾ, ਹਰ ਚੀਜ਼ ਦਾ ਅੰਦਰ ਇੱਕ ਗਿਆਨ ਪੈਦਾ ਹੋ ਰਿਹਾ ਹੈ। ਕਿਸੇ ਚੀਜ਼ ਦਾ ਗਿਆਨ ਮੋਹ ਕਰਕੇ ਹੈ, ਕਿਸੇ ਚੀਜ਼ ਦਾ ਗਿਆਨ ਲੋਭ ਕਰਕੇ ਹੈ, ਕਿਸੇ ਦਾ ਅਹੰਕਾਰ ਕਰਕੇ ਹੈ, ਕਿਸੇ ਦਾ ਕੁਛ ਕਰਕੇ ਹੈ। ਇਹ ਸਾਰਾ ਕੁਝ ਇਸ ਕਰਕੇ ਗੁਰੂ ਸਾਹਿਬ ਜੀ ਨੇ ਉੱਥੇ ਸੂਤਰ ਦੱਸਿਆ ਕਿ ਇਹ ਜਿੰਨੇ ਕੁਝ ਦੀ ਤੂੰ ਸੁੱਧ ਲੈ ਰਿਹਾ ਹੈ, ਇਹ ਸਾਰਾ ਕੁਝ ਤੇਰੇ ਅੰਦਰ ਸੰਸਾਰ ਰੂਪ ਦੇ ਵਿੱਚ ਦਾਖਲ ਹੋਇਆ ਹੈ। ਅਤੇ ਜਿੰਨਾ ਚਿਰ ਸੰਸਾਰ ਦਾ ਦਖਲ ਸਾਡੇ ਅੰਦਰ ਪਿਆ ਰਹਿੰਦਾ ਹੈ, ਉਨਾ ਚਿਰ ਬੰਦਾ ਭਰਮ ਤੋਂ ਨਿਵਰਤ ਜਾਂ ਭੈ ਤੋਂ ਨਿਵਰਤ ਨਹੀਂ ਹੋ ਸਕਦਾ। ਜਿਵੇਂ ਹੁਣ ਸਾਨੂੰ ਸੁੱਧ ਹੈ ਕਿ ਸਾਡਾ ਵਹੀਕਲ ਬਾਹਰ ਖੜਾ ਹੈ, ਅਤੇ ਉਹਦੇ ਨਾਲ ਹੀ ਇੱਕ ਭੈ ਬਣਿਆ ਕਿਤੇ ਉਹਨੂੰ ਨੁਕਸਾਨ ਨਾ ਹੋ ਜਾਏ ਜਾਂ ਕੁਝ ਹੋਏ। ਸੁੱਧ ਹੈ, ਅਗਰ ਇਹ ਸੁੱਧ ਹੀ ਨਾ ਰਹੀ, ਇਹ ਸੰਸਾਰ ਦੀ ਸੁੱਧ ਹੈ। ਸਾਡਾ ਅਸਲ ਤਾਂ ਆਡਾ ਆਤਮ ਹੈ, ਆਤਮ ਦੀ ਸੁੱਧ ਥੋੜ੍ਹਾ ਹੈ। ਤਾਂ ਇਸੇ ਪ੍ਰਕਾਰ ਗੁਰੂ ਨਾਨਕ ਸਾਹਿਬ ਜੀ ਨੇ ਪਹਿਲਾਂ ਇਹ, ਫਿਰ ਗੁਰੂ ਸਾਹਿਬ ਜੀ ਕਹਿਣ ਲੱਗੇ ਕਿ ਜੀਵਨ ਦੇ ਕਿਹੜੇ ਕਿਹੜੇ ਹਿੱਸੇ ਦੇ ਵਿੱਚ ਤੇਰੇ ਮੋਹ ਦੀ ਜਾਂ ਮਾਇਆ ਦੀ ਪ੍ਰਵਿਰਤੀ ਪਈ ਹੋਈ ਹੈ। ਫਿਰ ਉਹਨਾਂ ਨੇ ਸਾਰਾ ਉਹ ਰਾਏ ਬੁਲਾਰ ਨੇ ਦੱਸਿਆ ਕਿ ਧਨ ਸੰਪत्ति ਦੀ, ਧੀਆਂ ਪੁੱਤਰਾਂ ਦੀ, ਕਿਉਂਕਿ ਪਰਿਵਾਰ ਬੜਾ ਵੱਡਾ, ਬੜਾ ਕੁਝ ਦੱਸਿਆ। ਤਾਂ ਫਿਰ ਗੁਰੂ ਸਾਹਿਬ ਜੀ ਕਹਿੰਦੇ ਕਿ ਆਪਣਾ ਅਸਲ ਜਾਣ ਕੇ ਤੇਰਾ ਆਰੰਭ ਕਿੱਥੋਂ ਹੋਇਆ ਹੈ। ਨਾ ਤਾਂ ਤੇਰਾ ਆਰੰਭ ਸਰੀਰ ਤੋਂ ਹੋਇਆ ਅਤੇ ਨਾ ਤੇਰਾ ਆਰੰਭ ਪਿਤਾ ਤੋਂ ਹੋਇਆ ਅਤੇ ਨਾ ਹੀ ਮਾਤਾ ਤੋਂ ਹੋਇਆ। ਤੇਰਾ ਆਰੰਭ ਹੋਇਆ ਹੈ ਪਰਮੇਸ਼ਰ ਦੇ ਜੋਤ ਸਰੂਪ ਤੋਂ। ਗੁਰਬਾਣੀ 'ਚ ਵਾਕ ਪੜ੍ਹਦਾ, ਇਹ ਸਰੀਰਾ ਮੇਰਿਆ ਹਰ ਤੁਮੈ ਜੋਤ ਰੱਖੀ, ਕਿ ਤੇਰਾ ਅਸਲ ਆਰੰਭ ਤੇਰੇ ਦੈਵੀ ਰੂਪ ਤੋਂ ਹੋਇਆ। ਅਤੇ ਇਸ ਕਰਕੇ ਤੂੰ ਜਿਹੜੇ ਸੰਸਾਰ ਦੇ ਸੰਬੰਧੀ ਮਿੱਥ ਬੈਠਾ ਜਾਂ ਉਹਨਾਂ ਦੇ ਮੋਹ ਦੇ ਵਿੱਚ ਹੈ, ਇਹ ਤਾਂ ਤੈਨੂੰ ਸੰਸਾਰ ਨੇ ਦਿੱਤੇ ਨੇ। ਅਤੇ ਤੂੰ ਨਿਰੰਕਾਰ ਦੀ ਤਰਫ ਜਾਏਗਾ ਅਤੇ ਉੱਥੇ ਤਾਂ ਤੇਰਾ ਇਕੱਲਾ ਜੋਤ ਸਰੂਪ ਹੀ ਬਚਦਾ ਹੈ। ਫਿਰ ਇੰਝ ਗੁਰੂ ਸਾਹਿਬ ਜੀ ਨੇ ਬੜਾ ਤਮਾਮ, ਅਤੇ ਜਦੋਂ ਸਾਰੇ ਪ੍ਰਸ਼ਨ ਉੱਤਰ ਹੋ ਗਏ ਤਾਂ ਰਾਏ ਬੁਲਾਰ ਗੁਰੂ ਨਾਨਕ ਸਾਹਿਬ ਜੀ ਦੇ ਚਰਨਾਂ 'ਤੇ ਡਿੱਗ ਪਿਆ ਅਤੇ ਗੁਰੂ ਸਾਹਿਬ ਜੀ ਦਾ ਬੜਾ ਧੰਨਵਾਦ ਕੀਤਾ। ਅਤੇ ਇਹਨੂੰ ਹੀ ਕਿਹਾ ਜਾਂਦਾ ਜੀਵਨ ਮੁਕਤ, ਕਿ ਸਤਿਗੁਰੂ ਜਿਹੜਾ ਜਿਉਂਦਿਆਂ ਜੀ ਮੁਕਤੀ ਦਾ ਭੇਦ ਜਣਾ ਦੇ ਅਤੇ ਮੁਕਤੀ ਦਾ ਅਨੁਭਵ ਕਰਵਾ ਦੇ, ਉਹੀ ਪੂਰਨ ਪੁਰਖ ਕਿਹਾ ਜਾਂਦਾ। ਗੁਰੂ ਸਾਹਿਬ ਜੀ ਕਹਿੰਦੇ, ਭਗਤ ਕਬੀਰ ਸਾਹਿਬ ਜੀ ਕਹਿੰਦੇ, ਮਾਏ ਮੁੰਡੋ ਤੇ ਗੁਰੂ ਕੀ ਜਾ ਤੇ ਭਰਮ ਨਾ ਜਾਏ। ਹੁਣ ਅੱਜ ਦੇ ਸਮੇਂ ਦੇ ਵਿੱਚ ਅਸੀਂ ਵੀ ਦੇਖਦੇ ਹਾਂ, ਬੜਾ ਕੁਝ ਦੇਖੀਦਾ ਹੈ, ਬੜਾ ਅਨੁਭਵ ਕਰੀਦਾ। ਨਾ ਮਨੁੱਖਾਂ ਦੀ ਤਲਾਸ਼ ਹੈ, ਅਤੇ ਜੇ ਤਲਾਸ਼ ਹੈ ਬੜੀ ਹਲਕੀ ਜੀ, ਅਤੇ ਜਿਵੇਂ ਦੀ ਤਲਾਸ਼ ਹੈ ਉਵੇਂ ਦੇ ਉਹਨਾਂ ਨੂੰ ਗੁਰੂ ਵੀ ਮਿਲ ਜਾਂਦੇ ਨੇ। ਮੈਂ ਕਿਸੇ ਵਿਦਵਾਨ ਦਾ ਕਥਨ ਪੜ੍ਹਿਆ ਸੀ, ਉਹਨੇ ਭਾਰਤ ਦੇ ਸੰਬੰਧ ਦੇ ਵਿੱਚ ਜਾਂ ਵਿਸ਼ਵ ਦੇ ਸੰਬੰਧ ਵਿੱਚ ਇਹ ਗੱਲ ਕਹੀ ਸੀ। ਕਹਿੰਦਾ 21ਵੀਂ ਸਦੀ ਦੇ ਇੱਕ ਰੌਸ਼ਨ ਦਿਮਾਗ ਬੰਦੇ ਦੀ ਬਦਕਿਸਮਤੀ ਇਹ ਨਹੀਂ ਕਿ ਉਹਨੂੰ ਘਰ ਮਕਾਨ ਜਾਂ ਦੁਨੀਆ ਦੀਆਂ ਸਹੂਲਤਾਂ ਨਹੀਂ ਪ੍ਰਾਪਤ ਹੋ ਰਹੀਆਂ। ਕਹਿੰਦਾ 21ਵੀਂ ਸਦੀ ਦੇ ਰੌਸ਼ਨ ਦਿਮਾਗ ਬੰਦੇ ਦੀ ਬਦਕਿਸਮਤੀ ਇਹ ਨਹੀਂ ਕਿ ਉਹਨੂੰ ਦੁਨਿਆਵੀ ਸਹੂਲਤਾਂ ਨਹੀਂ ਪ੍ਰਾਪਤ ਹੋ ਰਹੀਆਂ। ਕਹਿੰਦੇ ਉਹਦੀ ਬਦਕਿਸਮਤੀ ਇਹ ਹੈ ਕਿ ਉਹ ਅਧਿਆਤਮ ਦੀ ਸੇਧ ਜੇ ਕਿਤੇ ਗੁਰੂ ਗ੍ਰੰਥ ਸਾਹਿਬ ਜੀ ਤੋਂ ਬਿਨਾਂ ਕਿਤੇ ਲੱਭ ਰਿਹਾ ਹੋਵੇ, ਉਹਦੀ ਬਦਕਿਸਮਤੀ ਇਹ ਹੈ। ਤਾਂ ਇਸੇ ਪ੍ਰਕਾਰ ਭਗਤ ਕਬੀਰ ਸਾਹਿਬ ਜੀ ਕਹਿੰਦੇ, ਮਾਏ ਮੁੰਡੋ ਤੇ ਗੁਰੂ ਕੀ ਜਾ ਤੇ ਭਰਮ ਨਾ ਜਾਏ। ਕਿਉਂਕਿ ਜਿਹੜਾ ਕੱਚਾ ਗੁਰੂ ਹੈ ਉਹ ਆਪਣੇ ਆਪ ਨਾਲ ਜੋੜਦਾ ਹੈ, ਜਿਹੜਾ ਸੱਚਾ ਗੁਰੂ ਹੈ ਉਹ ਸਾਨੂੰ ਸਾਡਾ ਅਸਲ ਤੱਤ ਪਛਾਣਨ ਦੀ ਸਾਧਨਾ ਬਖਸ਼ਿਸ਼ ਕਰਦਾ। ਤਾਂ ਗੁਰੂ ਭਗਤ ਕਬੀਰ ਸਾਹਿਬ ਜੀ ਨੇ ਕਿਹਾ ਜਾਂ ਤੇ ਭਰਮ ਨਾ ਜਾਏ। ਹੁਣ ਮਨੁੱਖ ਕੋਲੋਂ ਕਿੰਨੇ ਭਰਮ ਹਨ, ਮਨੁੱਖ ਦੇ ਬੜੇ ਪ੍ਰਸ਼ਨ ਹੁੰਦੇ ਹਨ। ਇਸ ਕਰਕੇ ਸਾਨੂੰ ਤਾਂ ਗੁਰੂ ਸਾਹਿਬ ਜੀ ਨੇ ਸ਼ਬਦ ਗੁਰੂ ਨਾਲ ਜੋੜਿਆ ਕਿ ਇਹਦੇ ਵਿੱਚ ਜਿਹੜੀ ਵਿਚੋਲੇ ਵਾਲੀ ਸਟੈਗਨੇਸ਼ਨ ਬਣਨੀ ਸੀ ਉਹਨੂੰ ਕੱਢ ਹੀ ਦਿੱਤਾ, ਕਿ ਸਿੱਖ ਸ਼ਬਦ ਦੇ ਨਾਲ ਆਪਣਾ ਸਿੱਧਾ ਰਾਬਤਾ ਬਣਾਵੇ ਅਤੇ ਉਸ ਸ਼ਬਦ ਦੇ ਵਿੱਚ ਆਪਣੀ ਅਵਸਥਾ ਅਤੇ ਗੁਰੂ ਸ਼ਬਦ ਦੀ ਉੱਚੀ ਅਵਸਥਾ ਦਾ ਜਿਹੜਾ ਮੁਲਾਂਕਣ ਕਰੇ ਅਤੇ ਫਿਰ ਉਹਦੇ ਵੱਲ ਵਧਣ ਦਾ ਯਤਨ ਕਰੇ ਅਤੇ ਉਹਦੇ ਭਰਮ ਨਿਵਰਤ ਹੁੰਦੇ ਰਹਿਣ ਅਤੇ ਉਹਦੇ ਅੰਦਰ ਸ਼ਬਦ ਦਾ ਪ੍ਰਕਾਸ਼ ਰੋਜ਼ ਖੁੱਲ੍ਹਦਾ ਰਹੇ। ਤਾਂ ਇਸੇ ਪ੍ਰਕਾਰ ਭਗਤ ਕਬੀਰ ਸਾਹਿਬ ਜੀ ਕਹਿੰਦੇ, ਜਾਂ ਤੇ ਭਰਮ ਨਾ ਜਾਏ। ਜਿਹੜਾ ਗੁਰੂ ਭਰਮ ਨਹੀਂ ਨਿਵਰਤ ਕਰ ਸਕਦਾ, ਉਹਦਾ ਜਿਹੜਾ ਹੈ ਦਾਮਨ, ਉਹਦਾ ਜਿਹੜਾ ਸਾਥ ਛੱਡ ਦੇਣਾ ਚਾਹੀਦਾ। ਇਸੇ ਪ੍ਰਕਾਰ ਹੁਣ ਭਰਮ ਦੇ ਸੰਬੰਧ ਵਿੱਚ ਇੱਕ ਨੁਕਤਾ ਆਪਦੇ ਸਨਮੁਖ ਰੱਖਦੇ ਹਾਂ। ਸਤਿਗੁਰੂ ਕਹਿੰਦੇ ਕਿ ਪੂਰਨ ਪੁਰਖ ਦੇ ਕੋਲ ਇੱਕ ਜਗਿਆਸੂ ਗਿਆ, ਉਹਨੇ ਜਾ ਕੇ ਕਿਹਾ ਕਿ ਕਹਿੰਦਾ ਕਿ ਸੰਸਾਰ ਕੀ ਹੈ। ਉਸ ਪੂਰਨ ਪੁਰਖ ਨੇ ਕਿਹਾ ਮਿੱਥਿਆ। ਉਹ ਕਹਿਣ ਲੱਗਾ ਮਿੱਥਿਆ ਕਿਵੇਂ ਹੈ? ਕਹਿੰਦਾ ਜਿਹੜੇ ਸੰਬੰਧਾਂ ਦੀ ਪ੍ਰਤੀਤ ਨੂੰ ਮੰਨਦਾ ਮੇਰੇ ਜੀਵਨ ਦਾ ਆਧਾਰ ਹੈ, ਇਹ ਬਸ ਸੰਬੰਧਾਂ ਦਾ ਜਿਹੜਾ ਆਕਰਸ਼ਣ ਤੇਰੇ ਜੀਵਨ ਤੱਕ ਹੈ। ਜਦ ਤੇਰਾ ਜੀਵਨ ਨਾ ਰਿਹਾ, ਭਾਵੇਂ ਕਿਤਨੇ ਵੀ ਗੂੜੇ ਸੰਬੰਧ ਹੋਣ, ਉਹਨਾਂ ਦਾ ਆਧਾਰ ਕੋਈ ਨਹੀਂ ਰਹਿ ਗਿਆ। ਇਸ ਕਰਕੇ ਅਸਲੀਅਤ ਹੈ, ਪੂਰਨ ਗੁਰੂ ਅਸਲੀਅਤ ਦੇ ਪੱਖ ਦੇ ਦਰਸ਼ਨ ਕਰਾਉਂਦਾ ਹੈ। ਜਿਹੜਾ ਕੱਚਾ ਗੁਰੂ, ਇਸ ਕਰਕੇ ਗੁਰਬਾਣੀ 'ਚ ਇੱਕ ਵੀ ਵਾਕ ਆਉਂਦਾ ਹੈ, ਕਿਤੇ ਗੁਰ ਚੇਲੇ ਫੁਨ ਹੂਆ ਕਾਚੇ ਗੁਰ ਤੇ
ਮੁਕਤ ਨਾ ਹੁਆ। ਜਾਂ ਗੁਰਬਾਣੀ 'ਚ ਵਾਕ ਆਉਂਦੇ ਹਨ, ਗੁਰੂ ਜਿਨ੍ਹਾਂ ਕਾ ਅੰਦੁਲਾ ਸਿੱਖ ਪੀ ਅੰਧੇ ਕਰਮ ਕਰੇਨ, ਉਹ ਭਾਣੈ ਚੱਲਣ ਆਪਣੇ ਝੂਠੋ ਝੂਠ ਬੁਲੇਨ। ਇਸੇ ਪ੍ਰਕਾਰ ਗੁਰਬਾਣੀ 'ਚ ਵਾਕ ਆਉਂਦਾ ਹੈ, ਗੁਰੂ ਸਾਹਿਬ ਜੀ ਬਖਸ਼ਿਸ਼ ਕਰਦੇ ਹਨ, ਗੁਰ ਲਾਗਾ ਤਬ ਜਾਨੀਐ ਮਿਟੈ ਮੋਹ ਤਨ ਤਾਪ। ਜਿਸ ਪੂਰਨ ਗੁਰੂ ਨੂੰ ਮਿਲਿਆ, ਜਾਂ ਗੁਰਬਾਣੀ 'ਚ ਵਾਕ ਆਉਂਦੇ ਨੇ, ਜਿਸ ਮਿਲਿਆ ਮਨ ਹੋਏ ਆਨੰਦ ਸੋ ਸਤਿਗੁਰ ਕਹੀਐ। ਅਤੇ ਇਸੇ ਪ੍ਰਕਾਰ ਭਗਤ ਕਬੀਰ ਸਾਹਿਬ ਜੀ ਕਹਿੰਦੇ, ਜਾ ਤੇ ਭਰਮ ਨਾ ਜਾਏ। ਹੁਣ ਭਰਮ ਕਿਸ ਸੰਬੰਧ ਦੇ ਵਿੱਚ ਹਨ? ਜੇ ਅਸੀਂ ਸਧਾਰਨ ਦੀ ਗੱਲ ਕਰੀਏ, ਅੱਜ ਦੇ ਸਮੇਂ ਵਿੱਚ ਬੰਦੇ ਨੇ ਪੂਜਾ ਕਰਨੀ ਹੁੰਦੀ ਹੈ, ਉਹ ਵੱਖੋ ਵੱਖ ਧਰਮਾਂ ਦੇ ਪੂਜਾ ਦੇ ਵਿਧਾਨ ਦੇਖਦਾ ਹੈ, ਕਹਿੰਦਾ ਆਹ ਚੰਗਾ ਹੈ, ਆਹ ਚੰਗਾ ਹੈ, ਆਹ ਮਾੜਾ ਹੈ, ਆਹ ਖੂਬਸੂਰਤ ਹੈ। ਬੜੇ ਵਿਧਾਨ ਪਏ ਨੇ, ਜਿਹੜਾ ਮਰਜ਼ੀ ਕਰ ਸਕਦਾ ਪਰਮੇਸ਼ਰ ਦੀ ਪੂਜਾ ਦਾ। ਪਰ ਜਦੋਂ ਪੂਰਨ ਗੁਰੂ ਕੋਲ ਜੜ ਜਾਈਏ ਤਾਂ ਗੁਰੂ ਸਾਹਿਬ ਜੀ ਜਿਹੜਾ ਸ਼ਬਦ ਗੁਰੂ 'ਚ ਸਾਨੂੰ ਉਪਦੇਸ਼ ਮਿਲਦਾ ਹੈ, ਤੇਰਾ ਨਾਮ ਕਰੀ ਚਨਨਾਠੀਆ ਜੇ ਮਨੁਰਸਾ ਹੋਏ, ਕਰਨੀ ਕੁੰਗੂ ਜੇ ਰਲੈ ਘਟ ਅੰਤਰ ਪੂਜਾ ਹੋਏ। ਪੂਜਾ ਕੀਚੈ ਨਾਮ ਧਿਆਈਐ ਵਿਣ ਨਾਵੈ ਪੂਜ ਨਾ ਹੋਏ। ਸਤਿਗੁਰੂ ਨੇ ਪੂਜਾ ਦਾ ਕਿਆ ਭੇਦ ਸੁਣਾਇਆ ਹੈ। ਇਸੇ ਪ੍ਰਕਾਰ ਜੇ ਹੁਣ ਤੀਰਥ ਯਾਤਰਾ ਦੇ ਸੰਬੰਧ ਵਿੱਚ ਹੈ ਤਾਂ ਸਤਿਗੁਰੂ ਸਾਹਿਬ ਜੀ ਨੂੰ ਪੁੱਛੇ ਤੀਰਥ ਦਾ ਕੀ ਯਾਤਰਾ ਹੈ, ਤੀਰਥ 'ਤੇ ਜਾਣ ਦਾ ਢੰਗ ਕੀ ਹੈ, ਤਾਂ ਸਤਿਗੁਰੂ ਸਾਹਿਬ ਜੀ ਕਹਿੰਦੇ, ਤੀਰਥ ਨਾਵਣ ਜਾਓ ਤੀਰਥ ਨਾਮ ਹੈ, ਤੀਰਥ ਸ਼ਬਦ ਵਿਚਾਰ ਅੰਤਰ ਗਿਆਨ ਹੈ। ਜਦੋਂ ਗਿਆਨ ਦੇ ਹੁਣ ਇਹਨਾਂ ਦੇ ਵਿੱਚ, ਜਾਂ ਫਿਰ ਹੁਣ ਜਦੋਂ ਅਸੀਂ ਆਪਣੀ ਤਲਾਸ਼ ਕਰੀਏ ਤਾਂ ਅਸੀਂ ਜਿਵੇਂ ਗੁਰਬਾਣੀ 'ਚ ਨਾ ਇੱਕ ਹੁੰਦਾ, ਹਰਮੰਦਰ ਏ ਉਹ ਸਰੀਰ ਹੈ ਗਿਆਨ ਰਤਨ ਪ੍ਰਗਟ ਹੋਏ, ਕਿ ਪੂਰਨ ਗੁਰੂ ਜਿਹੜਾ ਹੁੰਦਾ ਹੈ ਉਹ ਸਾਰੇ ਬ੍ਰਹਿਮੰਡ ਦੀ ਸੋਝੀ ਮਨੁੱਖ ਦੇ ਅੰਦਰੋਂ ਹੀ ਪੈਦਾ ਕਰ ਦਿੰਦਾ ਹੈ। ਇਸੇ ਕਰਕੇ ਇੱਕ ਜਗ੍ਹਾ ਭਗਤ ਨਾਮਾਨੰਦ ਜੀ ਕਹਿੰਦੇ ਨਾ, ਕੱਤ ਜਾਈਏ। ਉਹਦਾ ਭਾਵ ਕੀ ਹੈ ਕਿ ਗੁਰੂ ਨੇ ਉਹਨਾਂ ਨੂੰ ਐਡੇ ਵੱਡੇ ਅਨੁਭਵ ਕਰਾ ਦਿੱਤੇ ਕਿ ਉਹਨਾਂ ਦੀ ਕਿਸੇ ਵੀ ਤਰ੍ਹਾਂ ਦੀ ਭਟਕਣ ਬਾਕੀ ਨਹੀਂ ਰਹੀ। ਤਾਂ ਭਗਤ ਕਬੀਰ ਸਾਹਿਬ ਜੀ ਕਹਿੰਦੇ, ਜਾ ਤੇ ਭਰਮ ਨਾ ਜਾਏ। ਜਿਸ ਗੁਰੂ ਦੇ ਕੋਲ ਜੁੜਿਆਂ ਬੈਠਿਆਂ ਮਨੁੱਖ ਦਾ ਭਰਮ ਨਹੀਂ ਨਿਵਰਤ ਹੋਇਆ, ਜਾਂ ਭਰਮ ਨਿਵਰਤ ਹੋਣ ਤੋਂ ਬਾਅਦ ਉਹਨੇ ਉਸ ਤਰ੍ਹਾਂ ਨਹੀਂ ਵੀ ਕੀਤਾ, ਤਾਂ ਭਗਤ ਕਬੀਰ ਸਾਹਿਬ ਜੀ ਕਹਿੰਦੇ, ਅਜਿਹੇ ਗੁਰੂ ਤੋਂ ਦੂਰੀ ਜਿਹੜੀ ਹੈ ਮਨੁੱਖ ਨੂੰ ਬਣਾ ਲੈਣੀ ਚਾਹੀਦੀ ਹੈ। ਆਪ ਡੁੱਬੇ ਚਾਹੋ ਬੇਦ ਮਹਿ ਚੇਲੇ ਦੀਏ ਬਹਾਏ। ਹੁਣ ਅਗਲੀ ਪੰਕਤੀ ਤੋਂ ਵੀ ਇੱਕ ਭਾਵ ਸਪਸ਼ਟ ਹੁੰਦਾ ਹੈ। ਸੰਸਾਰ ਦੇ ਵਿੱਚ ਭਗਤ ਕਬੀਰ ਸਾਹਿਬ ਜੀ ਕਹਿੰਦੇ, ਆਪ ਡੁੱਬੇ। ਪਹਿਲਾਂ ਆਪ ਸਾਰੀ ਜ਼ਿੰਦਗੀ 4 ਵੇਦਾਂ ਗ੍ਰੰਥਾਂ ਨੂੰ ਪੜ੍ਹਦੇ ਰਹੇ, ਬੜਾ ਵਾਚਦੇ ਰਹੇ, ਉਹੀ ਕੁਝ ਆਪਣੇ ਚੇਲਿਆਂ ਨੂੰ ਸਿਖਾ ਦਿੱਤਾ। ਪਰ ਵੇਦਾਂ ਦੇ ਵਿੱਚ ਜਿਹੜਾ ਤੱਤ ਧਾਰਨ ਕਰਕੇ ਆਪ ਆਪਣਾ ਕਲਿਆਣ ਕਰਨਾ ਸੀ ਅਤੇ ਦੂਜੇ ਨੂੰ ਉਹ ਢੰਗ ਸਿਖਾਉਣਾ ਸੀ, ਉਹ ਖੁਦ ਨੂੰ ਨਹੀਂ ਆਇਆ। ਭਾਵ ਕਿ ਆਪ ਵੇਦਾਂ ਸ਼ਾਸਤਰਾਂ ਗ੍ਰੰਥਾਂ ਦੀ ਕਥਾ ਕਰਦਿਆਂ ਵੀ ਮਾਇਆ ਦੇ ਮੋਹ ਸਹਿਤ ਦਵੈਤ ਸਹਿਤ ਰਹੇ, ਵਕਾਰਾਂ ਦੇ ਵਿੱਚ ਗਰਸੇ ਰਹੇ, ਵਾਸਨਾਵਾਂ ਬਣੀ ਰਹੀ, ਤੱਤ ਨਹੀਂ ਦੱਸਿਆ ਅਸਲ ਦੇ ਵਿੱਚ। ਹਾਂ, ਵੇਦ ਦੀ ਜਾਣਕਾਰੀ ਫਾਰਵਰਡ ਕਰਤੀ ਅਤੇ ਉਹੀ ਜਾਣਕਾਰੀ ਨੂੰ ਅਗਲੇ ਨੇ ਪਕੜ ਲਿਆ। ਆਪ ਡੁੱਬੇ ਚਾਹੋ ਬੇਦ ਮਹਿ ਚੇਲੇ ਦੀਏ ਬਹਾਏ। ਅੱਜ ਜੇ ਆਪ ਜੀ ਦੇਖੋ ਪੰਜਾਬ ਦੇ ਵਿੱਚ ਜਾਂ ਕੁੱਲ ਭਾਰਤ ਦੇ ਵਿੱਚ ਹਰੇਕ ਧਰਮ ਦੇ ਗਿਆਨੀ ਪੈਦਾ ਕਰਨ ਵਾਲੀਆਂ ਬੜੀਆਂ ਸੰਸਥਾਵਾਂ ਨੇ, ਚਾਹੇ ਉਹ ਇਸਲਾਮ ਹੋਵੇ, ਹਿੰਦੂ ਮਤ ਹੋਵੇ, ਸਿੱਖ ਮਤ ਹੋਵੇ, ਉਹਨਾਂ ਦੇ ਉਸ ਧਰਮ ਦੇ ਪ੍ਰਚਾਰਕ ਗਿਆਨੀ ਪੈਦਾ ਕਰਨ ਵਾਲੀਆਂ ਬੜੀਆਂ ਸੰਸਥਾਵਾਂ ਨੇ। ਅਤੇ ਕੀ ਇਹ ਕਹਾਂਗੇ ਕਿ ਜਿਹੜਾ ਉੱਥੇ ਉਹਨਾਂ ਧਰਮਾਂ ਦਾ ਗਿਆਨ ਪੈਦਾ ਹੋ ਰਿਹਾ ਹੈ ਅਤੇ ਜਿਹੜੇ ਉਸ ਗਿਆਨ ਨੂੰ ਪ੍ਰਾਪਤ ਕਰ ਰਹੇ ਨੇ, ਕੀ ਉਹ ਅਸਲ ਦੇ ਵਿੱਚ ਗਿਆਨੀ ਨੇ? ਉੱਥੇ ਵੀ ਇੱਕ ਗਿਆਨ ਹੀ ਫਾਰਵਰਡ ਹੋ ਰਿਹਾ ਹੈ ਕਿ ਆਹ ਗੁਰਬਾਣੀ ਦੀ ਵਿਆਖਿਆ ਇੰਝ ਹੈ, ਇਹਨੂੰ ਇੰਝ ਕਰਨਾ ਆਰੰਭ ਕਰ ਦਿਓ। ਉਹਦੇ ਵਿਆਖਿਆ ਦੇ ਵਿੱਚ ਆਪਣੇ ਆਪ ਨੂੰ ਕਿਵੇਂ ਪਾਉਣਾ ਹੈ, ਇਸ ਗੱਲ ਦਾ ਭੇਦ ਕੋਈ ਨਹੀਂ ਦੱਸ ਰਿਹਾ। ਕਿ ਜਿਹੜੀ ਹੁਣ ਉਦਾਹਰਨ ਦੇ ਤੌਰ 'ਤੇ ਵਿਆਖਿਆ ਟੀਕੇ 'ਚ ਪ੍ਰਾਪਤ ਹੈ, ਵਿਆਖਿਆ ਦੇ ਹੋਰ ਕਈ ਸਰੋਤ ਪ੍ਰਾਪਤ ਨੇ, ਪਰ ਵਿਆਖਿਆ ਦਾ ਜਿਹੜਾ ਅਨੁਭਵ ਹੈ ਉਹਨੂੰ ਕਮਾਉਣ ਦੀ ਕਿਹੜੀ ਜੁਗਤ ਹੋਣੀ ਚਾਹੀਦੀ ਹੈ, ਇਹ ਕਿਤੇ ਨਹੀਂ ਦੱਸਿਆ ਜਾ ਰਿਹਾ। ਅਤੇ ਇਸ ਕਰਕੇ ਭਗਤ ਕਬੀਰ ਸਾਹਿਬ ਜੀ ਕਹਿੰਦੇ, ਜਿੰਨੇ ਆ ਪ੍ਰਚਲਿਤ ਗੁਰੂ ਬਣੇ ਨੇ, ਪਹਿਲਾਂ ਇਹ ਆਪਣੇ ਆਪ ਦੇ ਵਿੱਚ ਡੁੱਬ ਗਏ ਨੇ, ਪਹਿਲਾਂ ਸ਼ਾਸਤਰਾਂ ਵਿਚਾਰਾਂ ਦੇ ਵਿੱਚ, ਕਿਉਂਕਿ ਤੱਤ ਨਹੀਂ ਚੀਨ ਸਕੇ। ਗੁਰਬਾਣੀ 'ਚ ਆਉਂਦਾ ਨਾ, ਵੇਦਾਂ ਮੈਂ ਨਾਮ ਉਤਮ ਸੋ ਸੁਣੇ ਨਾਹੀਂ ਫਿਰੇ ਜਿਉਂ ਬੇਤਾਲਿਆ। ਕਿ ਜਿਵੇਂ ਗਿਆਨ ਪ੍ਰਾਪਤ ਕਰਨਾ ਸੀ ਕਾਹਦੇ ਕਰਕੇ ਕਿ ਆਪਣੀ ਹਸਤੀ ਮਿਟ ਜਾਂਦੀ, ਪਰ ਗਿਆਨ ਨੂੰ ਪ੍ਰਾਪਤ ਕਰਕੇ ਹਉਮੈ ਹੋਰ ਤੀਖਣ ਹੋ ਗਈ ਹੈ ਅਤੇ ਅਹੰਕਾਰ ਇੰਨਾ ਜ਼ਿਆਦਾ ਵੱਧ ਗਿਆ ਕਿ ਹਰ ਇੱਕ ਦਾ ਨਿਰਾਦਰ ਕਰਨ 'ਤੇ ਉੱਤਰ ਆਉਂਦਾ ਹੈ। ਇਹਦਾ ਮਤਲਬ ਇਹ ਗਿਆਨ ਦਾ ਰਸਤਾ ਇਹਨੇ ਆਪ ਹੀ ਨਹੀਂ ਚੱਕਿਆ। ਤਾਂ ਇਸੇ ਪ੍ਰਕਾਰ ਭਗਤ ਕਬੀਰ ਸਾਹਿਬ ਜੀ ਕਹਿੰਦੇ, ਚੇਲੇ ਦੀਏ ਬਹਾਏ। ਭਾਵ ਕਿ ਧਰਮ ਦਾ ਬਾਹਰੀ ਕਰਮਕਾਂਡ ਸਿਖਾ ਦਿੱਤਾ, ਧਰਮ ਦੀ ਅੰਤਰੀਵ ਸਾਧਨਾ ਕੀ ਹੁੰਦੀ ਹੈ ਅਤੇ ਉਸ ਸਾਧਨਾ ਦੇ ਨਾਲ ਹੀ ਪਰਿਵਰਤਨ ਹੋਣਾ ਹੁੰਦਾ ਹੈ। ਹੁਣ ਮਨੁੱਖ ਨੇ ਧਰਤੀ 'ਚੋਂ ਜਲ ਪ੍ਰਾਪਤ ਕਰਨਾ ਹੋਵੇ ਅਤੇ ਮਨੁੱਖ ਸਾਰੀ ਧਰਤੀ ਪੁੱਟ ਮਾਰੇ ਅਤੇ ਕਹੇ ਜੀ ਮੈਨੂੰ ਤਾਂ ਕਿਤੋਂ ਜਲ ਪ੍ਰਾਪਤ ਹੋਇਆ ਨਹੀਂ, ਤਾਂ ਫਿਰ ਉਹਨੂੰ ਅਣਜਾਣ ਕਿਹਾ ਜਾਵੇਗਾ। ਉਹਨੂੰ ਕੋਈ ਖਾਸ ਹਿੱਸਾ ਪੁੱਟ ਅਤੇ ਉਹਦੀ ਗਹਿਰਾਈ 'ਤੇ ਜਾਂਦਾ ਜਾ, ਹੋਰ ਗਹਿਰਾ ਪੁੱਟਦਾ ਜਾ।
ਇੱਕ ਸਤਹ 'ਤੇ ਜਾ ਕੇ ਜਲ ਪਿਆ ਹੋਇਆ ਤੈਨੂੰ ਮਿਲ ਜਾਏਗਾ। ਜੀਵਨ ਦੇ ਵਿੱਚ ਪਰਮਾਨੰਦ ਕਹਿੰਦੇ ਹਾਂ, ਮੁਕਤੀ ਕਹਿੰਦੇ ਹਾਂ। ਗੁਰੂ ਦੇ ਉਪਦੇਸ਼ ਨੂੰ ਧਾਰਨ ਕਰਕੇ ਉਹਦੀ ਸਾਧਨਾ ਕਰਦਾ ਜਾ, ਉਹਦੇ ਵਿੱਚੋਂ ਤੇਰੇ ਭਰਮ ਵੀ ਨਿਵਰਤ ਹੋਣਗੇ, ਤੇਰੀਆਂ ਦੁਬਿਧਾਵਾਂ ਦਾ ਨਿਵਾਰਨ ਵੀ ਹੋਏਗਾ। ਆਖਰ ਤੈਨੂੰ ਇੱਕ ਸਪਸ਼ਟ ਉੱਜਲ ਬੁੱਧ ਮਿਲੇਗੀ। ਇਸ ਕਰਕੇ ਗੁਰਬਾਣੀ 'ਚ ਵਾਕ ਆਉਂਦੇ ਨੇ, ਸਤਿਗੁਰ ਸ਼ਬਦ ਉਜਾਰੋ ਦੀਪਾ, ਬਿਨਸਿਓ ਅੰਧਕਾਰ ਤਿਹ ਮੰਦਰ, ਰਤਨ ਕੋਠੜੀ ਖੁੱਲੀ ਅਨੂਪਾ। ਇੱਕ ਪ੍ਰਮਾਣ ਆਪਦੇ ਸਨਮੁਖਾਂ ਪੂਰਨ ਗੁਰੂ ਦੀ ਮਹੱਤਤਾ ਕੀ ਹੁੰਦੀ। ਕਹਿੰਦੇ ਕਿਸੇ ਪੁਰਖ ਨੇ ਪੂਰਨ ਗੁਰੂ ਨੂੰ ਧਾਰਨ ਕਰ ਲਿਆ, ਉਹਦੇ ਦੱਸੇ ਉਪਦੇਸ਼ਾਂ ਅਨੁਸਾਰ ਸਾਧਨਾ ਕਰਦਾ ਗਿਆ, ਉਹਦਾ ਜੀਵਨ ਚੇਲੇ ਦਾ ਬੜਾ ਉੱਚਾ ਸੁੱਚਾ ਹੋ ਗਿਆ। ਇੱਕ ਦਿਨ ਆਪਣੇ ਗੁਰੂ ਪਾਸ ਬੈਠਾ ਅਤੇ ਉਹਦੇ ਗੁਰੂ ਨੇ ਉਹਦੇ ਚਰਨ, ਉਹਦੇ ਪੈਰ ਪਕੜ ਲਏ ਤਾਂ ਕਹਿਣ ਲੱਗੇ ਕਿ ਮੇਰੀ ਇੱਕ ਬੇਨਤੀ ਹੈ ਤੇਰੇ ਅੱਗੇ। ਉਹ ਕਹਿਣ ਲੱਗਾ ਜੀ ਕੀ, ਤੁਸੀਂ ਮੇਰੇ ਗੁਰੂ ਹੋ, ਮੇਰੇ ਪੈਰ ਪਕੜਦੇ ਚੰਗੇ ਨਹੀਂ ਲੱਗਦੇ। ਕਹਿੰਦੇ ਨਹੀਂ, ਮੇਰੀ ਇੱਕ ਬੇਨਤੀ ਹੈ, ਜ਼ਰੂਰ ਪ੍ਰਵਾਨ ਕਰਨੀ। ਕਹਿੰਦਾ ਜੀ ਤੁਸੀਂ ਹੁਕਮ ਕਰੋ, ਤੁਸੀਂ ਮੇਰੇ ਗੁਰੂ ਹੋ, ਬੇਨਤੀ ਕਰਦੇ ਨੇ। ਕਹਿੰਦਾ ਬੇਨਤੀ ਹੈ ਮੇਰੀ ਬੜੀ ਜੋਦੜੀ ਹੈ। ਕਹਿੰਦੇ ਜੀ ਕੀ? ਕਹਿੰਦੇ ਇੰਨਾ ਕੁਝ ਛੱਡ ਕੇ ਆ ਗਏ, ਹੁਣ ਮੈਨੂੰ ਵੀ ਛੱਡ ਦੇ। ਉਸ ਪੂਰਨ ਗੁਰੂ ਨੇ ਕਿਹਾ ਕਿ ਇੰਨਾ ਕੁਝ ਛੱਡ ਕੇ ਆ ਗਏ, ਹੁਣ ਮੈਨੂੰ ਵੀ ਛੱਡ ਦੇ। ਇਹਦਾ ਭਾਵ ਕੀ ਹੈ ਕਿ ਤੂੰ ਪਰਿਵਾਰ, ਦੁਨਿਆਵੀ ਮਾਇਆ ਮੋਹ ਵਕਾਰ ਹੋਰ ਸਾਰਾ ਕੁਝ ਛੱਡਤਾ, ਤੇਰੀ ਭਗਤੀ ਦਾ ਐਡਾ ਵੱਡਾ ਮੁਕਾਮ ਹੋ ਗਿਆ ਅਤੇ ਤੇਰੀ ਭਗਤੀ ਦਾ ਮਰਕਜ਼ ਮੈਂ ਬਣ ਗਿਆ। ਭਾਵ ਕਿ ਤੂੰ ਮੈਨੂੰ ਹੀ ਰੱਬ ਮੰਨ ਬੈਠਾ ਹੈ। ਹੁਣ ਇਸ ਕਰਕੇ ਜੇ ਤੂੰ ਮੈਨੂੰ ਅੰਤਮ ਮੰਨ ਕੇ ਬੈਠਾ ਰਿਹਾ, ਇਹ ਵੀ ਮਾਇਆ ਹੋ ਜਾਏਗੀ। ਇਸ ਕਰਕੇ ਮੈਨੂੰ ਵੀ ਛੱਡ ਦੇ ਅਤੇ ਤੂੰ ਆਪਣੀ ਅਸਲ ਮੁਕਾਮ ਤੱਕ ਪਹੁੰਚ, ਜਿਹੜਾ ਅਸਲ ਹੈ। ਤਾਂ ਇਸੇ ਪ੍ਰਕਾਰ ਭਗਤ ਕਬੀਰ ਬਹੁਤ ਘੱਟ ਨੇ ਐਸੇ, ਅੱਜ ਦੇਖੀਦਾ ਉਹ ਆਪਣੀ ਪ੍ਰਤੀਤ ਨਾਲ ਜੋੜਦੇ ਨੇ ਬੰਦੇ ਦੀ। ਤਾਂ ਭਗਤ ਕਬੀਰ ਸਾਹਿਬ ਜੀ ਕਹਿੰਦੇ ਆਪ ਡੁਬੇ ਚਾਹੋ ਵੇਦ ਮਹਿ, ਚੇਲੇ ਦੀਏ ਬਹਾਏ। ਨਾ ਆਪ ਤਰ ਸਕੇ ਨਾ ਦੂਜਿਆਂ ਨੂੰ। ਭਾਈ ਗੁਰਦਾਸ ਸਾਹਿਬ ਜੀ ਦਾ ਕਵਿਤ ਆਉਂਦਾ, ਉਹਦੇ ਵਿੱਚ ਨਾ ਬੜੀ ਕਮਾਲ ਦੀ ਗੱਲ ਆਖਦੇ, ਕਹਿੰਦੇ ਜੇ ਮਾਂ ਹੀ ਪੁੱਤ ਨੂੰ ਜ਼ਹਿਰ ਦੇਵੇ ਫਿਰ ਬਚਾਵੇ ਕੌਣ, ਜੇ ਰਾਖਾ ਹੀ ਘਰ ਨੂੰ ਲੁੱਟ ਲਵੇ ਫਿਰ ਰਾਖੀ ਕੌਣ ਕਰੇ, ਜੇ ਖੇਤ ਨੂੰ ਵਾੜ ਹੀ ਖਾ ਜਾਏ ਫਿਰ ਖੇਤ ਦੀ ਰਾਖੀ ਕੌਣ ਕਰੇ, ਅਤੇ ਜੇ ਰਾਜਾ ਹੀ ਪ੍ਰਜਾ ਨਾਲ ਅਨਿਆਂ ਕਰੇ ਤਾਂ ਫਿਰ ਨਿਆਂ ਕਿੱਥੋਂ ਮਿਲੇਗਾ। ਤਾਂ ਇਸੇ ਪ੍ਰਕਾਰ ਉਹ ਬੜੇ ਉਦਾਹਰਣ ਦੇ ਕੇ ਆਖਦੇ ਹਨ ਕਿ ਜੇ ਗੁਰੂ ਨੇ ਨਹੀਂ ਮਨੁੱਖ ਨੂੰ ਮੁਕਤ ਕਰਨਾ, ਜੇ ਭਰਮ ਨਹੀਂ ਨਿਵਰਤ ਕਰਨਾ, ਤਾਂ ਫਿਰ ਉਸ ਗੁਰੂ ਦਾ ਵੀ ਕੀ ਕੀਤਾ ਜਾਵੇ। ਇਸ ਕਰਕੇ ਸਤਿਗੁਰੂ ਸਾਹਿਬ ਜੀ ਤਾਂ ਕਰਕੇ ਸਾਨੂੰ ਜਿਹੜੀ ਗੁਰੂ ਦੀ ਮਹਿਮਾ ਆਉਂਦੀ, ਉਹਦਾ ਵੀ ਇਹੀ ਨੁਕਤਾ ਹੈ ਕਿ ਸਿੱਖ ਦੇ ਅੰਦਰ ਉਹ ਅਨੁਭਵ ਖੁੱਲ੍ਹਦਾ ਹੈ। ਜਦੋਂ ਗੁਰੂ ਰਾਮਦਾਸ ਸਾਹਿਬ ਜੀ ਆਖਦੇ ਹਨ ਜਾਂ ਗੁਰੂ ਅਮਰਦਾਸ ਸਾਹਿਬ ਜੀ ਕੋਈ ਗੁਰੂ ਸਬੰਧ ਵਿੱਚ, ਹੁਣ ਆਪ ਜੀ ਦੇਖੋ ਭੱਟ ਸਾਹਿਬਾਨਾਂ ਦੇ ਸਵਈਏ, ਉਹਦੇ ਵਿੱਚ ਇੱਕ ਸਿੱਖ ਦੀ ਤਲਾਸ਼ 'ਚ ਇੱਕ ਪੂਰਨ ਗੁਰੂ ਦਾ ਮਿਲਣਾ ਸਪਸ਼ਟ ਹੁੰਦਾ। ਭੱਟ ਸਾਹਿਬਾਨ ਆਖਦੇ ਨੇ, ਰਹਿਓ ਸੰਤ ਹਉ ਟੋਲ, ਸਾਧ ਬਹੁ ਤੇਰੇ ਡਿੱਠੇ, ਸੰਨਿਆਸੀ ਤਪੱਸੀਏ ਮੁਖੋਂ ਏ ਪੰਡਿਤ ਮਿੱਠੇ, ਬਰਸ ਏਕ ਹਉ ਫਿਰਿਓ ਕਿਨੈ ਨਹੁ ਪਰਚਉ ਲਾਇਓ, ਕਹਿਤੇ ਕਹਿਤੀ ਸੁਣੀ ਰਹਿਤ ਕੋ ਖੁਸ਼ੀ ਨਾ ਆਇਓ, ਹਰ ਨਾਮ ਛੋੜ ਦੂਜੈ ਲਗੇ, ਤਿਨਕੇ ਗੁਣ ਹਉ ਕਿਆ ਕਹੋ, ਗੁਰਦਈ ਮਿਲਾਇਓ ਭਿਖਿਆ, ਜਿਵ ਤੂੰ ਰੱਖੇ ਤਿਵ ਰਹੋ। ਕਹਿੰਦੇ ਕਿ ਜਿਹੜੀ ਭਟਕਣ ਹੋਣੀ ਸੀ ਉਹ ਵੀ ਯਕੀਨੀ ਸੀ, ਪਰ ਉਸ ਭਟਕਣ ਤੋਂ ਬਾਅਦ ਜਿਹੜੀ ਨਵਾਜ਼ਿਸ਼ ਹੋਈ ਹੈ ਗੁਰੂ ਅਮਰਦਾਸ ਰੂਪ ਦੇ ਵਿੱਚ, ਕਹਿੰਦੇ ਉਹਨੇ ਸਾਨੂੰ ਗੁਰੂ ਦਾ ਮੁਕਾਮ ਜਿਹੜਾ ਹੈ ਪ੍ਰਾਪਤ ਕਰਵਾਇਆ ਹੈ। ਤਾਂ ਇਸੇ ਪ੍ਰਕਾਰ ਭਗਤ ਕਬੀਰ ਸਾਹਿਬ ਜੀ ਕਹਿੰਦੇ ਚੇਲੇ ਦੀਏ ਬਹਾਏ, ਆਪ ਵੀ ਉਸੇ ਵਹਿਣ ਵਿੱਚ ਵਹਿ ਗਏ, ਗ੍ਰੰਥਾਂ ਨੂੰ ਪੜ੍ਹਦੇ ਸੁਣਦੇ ਮੱਥਦੇ ਅੰਧਕਾਰ ਵਿੱਚ ਰਹਿ ਗਏ। ਤਾਂ ਇਸੇ ਪ੍ਰਕਾਰ ਜਿਹੜੇ ਉਹਨਾਂ ਦੇ ਨਾਲ ਜੁੜਨ ਵਾਲੇ ਸਨ, ਉਹਨਾਂ ਦਾ ਜੀਵਨ ਵੀ ਨਿਸ਼ਫਲ ਚਲਾ ਗਿਆ। ਕਬੀਰ ਜੇਤੇ ਪਾਪ ਕੀਏ, ਰਾਖੇ ਤਲੈ ਦੁਰਾਏ। ਦੁਨੀਆ ਦੇ ਵਿੱਚ ਇੱਕ ਵਿਸ਼ਾ ਹੈ ਮਨੋਵਿਗਿਆਨ। ਜਦ ਉਸ ਨੂੰ ਪੜ੍ਹੀਏ ਤਾਂ ਜਿਹੜਾ ਤਾਂ ਖੁਦ ਪੜ੍ਹਦਾ ਹੈ ਉਹਨੂੰ ਆਪਣੇ ਵੀ ਬੜੇ ਅਨੁਭਵ ਸਮਝ ਆਉਂਦੇ ਨੇ, ਅਤੇ ਜੇ ਉਹ ਪੜ੍ਹ ਕੇ ਦੂਜਿਆਂ 'ਤੇ ਅਪਲਾਈ ਕਰੇ ਤਾਂ ਉਹਨੂੰ ਤਾਂ ਵੀ ਬਹੁਤ ਕੁਝ ਸਮਝ ਆਉਂਦਾ ਹੈ। ਉਹਦੇ ਮਨੋਵਿਗਿਆਨ ਦੇ ਵਿੱਚ ਇੱਕ ਸੈਲਫ ਇਗਨੋਰੈਂਸ ਦੇ ਡਰ ਦੀ ਗੱਲ ਕੀਤੀ ਜਾਂਦੀ। ਉਹਦੇ ਵਿੱਚ ਕੀ ਡਰ, ਉਹਦਾ ਮਤਲਬ ਕੀ ਹੁੰਦਾ? ਸੈਲਫ ਜਿਹਾ ਸਿੱਧਾ ਜਿਹਾ ਮਤਲਬ ਉਹਦਾ ਹੁੰਦਾ ਹੈ ਕਿ ਦੁਨੀਆ ਦੇ ਵਿੱਚ ਜਦੋਂ ਵੀ ਬੰਦਾ ਕੋਈ ਅਨੈਤਿਕ ਕੰਮ ਕਰਦਾ ਹੈ, ਚਾਹੇ ਚੋਰੀ ਕਰਦਾ ਹੈ ਜਾਂ ਕਿਸੇ 'ਤੇ ਹਿੰਸਾ ਕਰਦਾ ਹੈ, ਜਾਂ ਜਿਹੜਾ ਕਰਮ ਜਿਹੜਾ ਉਹਦੀ ਦ੍ਰਿਸ਼ਟੀ ਦੇ ਵਿੱਚ ਗਲਤ ਹੁੰਦਾ ਹੈ, ਕਹਿੰਦੇ ਜਦੋਂ ਮਨੁੱਖ ਉਹ ਕਰਮ ਕਰਦਾ ਹੈ ਅਤੇ ਉਹਦੇ ਕਰਮ ਕਰਨ ਦੇ ਨਾਲ ਉਹਦੇ ਦੁਆਲੇ ਇੱਕ ਸਹਿਮ ਪੈਦਾ ਹੁੰਦਾ, ਜਿਹੜਾ ਉਹਦੀ ਬਾਡੀ ਦੀ ਵਾਈਬਰੇਟਿੰਗ ਤੋਂ ਪੈਦਾ ਹੋਇਆ ਹੁੰਦਾ। ਅਤੇ ਉਸ ਕਰਮ ਦੇ ਸਹਿਮ ਵਿੱਚ ਉਹ ਆਲੇ ਦੁਆਲੇ ਉਸ ਕਰਮ ਨੂੰ ਦੇਖਦਾ, ਜਦੋਂ ਕਰਦਾ ਉਸੇ ਵੇਲੇ ਆਲੇ ਦੁਆਲੇ ਦੇਖਦਾ ਹੈ ਕਿ ਇਹ ਕਰਮ ਕਿਤੇ ਦੂਜਾ ਤਾਂ ਨਹੀਂ ਜੱਜ ਕਰ ਰਿਹਾ। ਭਾਵ ਕਿ ਜਦੋਂ ਚੋਰੀ ਕੀਤੀ ਹੈ ਜਾਂ ਕਿਸੇ ਨੂੰ ਮਾਰਿਆ ਤਾਂ ਉਹ ਤੁਰੰਤ ਉਸੇ ਵੇਲੇ ਆਲੇ ਦੁਆਲੇ ਦੇਖਦਾ ਹੈ। ਇਹਨੂੰ ਮਨੋਵਿਗਿਆਨ ਕਹਿੰਦਾ ਹੈ ਕਿ ਬੰਦਾ ਆਪਣੇ ਮੰਦ ਕਰਮ ਦੇ ਨਾਲ
ਆਪਣੇ ਆਲੇ ਦੁਆਲੇ ਇੱਕ ਫੀਅਰ ਦਾ ਔਰਾ ਪੈਦਾ ਕਰ ਲੈਂਦਾ। ਮੰਦ ਕਰਮ ਹੀ ਉਹਦਾ ਡਰ ਪੈਦਾ ਕਰ ਦਿੰਦਾ ਹੈ ਅਤੇ ਫਿਰ ਉਸ ਡਰ ਤੋਂ ਫਿਰ ਬਚਾਉਣ ਦੀ ਇੱਕ ਪ੍ਰੀ ਲੱਭਦਾ ਹੈ ਕਿ ਕਿਸੇ ਨੇ ਦੇਖਿਆ ਤਾਂ ਨਹੀਂ। ਤਾਂ ਭਗਤ ਕਬੀਰ ਸਾਹਿਬ ਜੀ ਕਹਿੰਦੇ ਜੇਤੇ ਪਾਪ ਕੀਏ ਰਾਖੇ ਤਲੈ ਦੁਰਾਏ, ਕਿ ਜਿੰਨੇ ਜ਼ਿੰਦਗੀ 'ਚ ਪਾਪ ਕੀਤੇ ਨੇ ਰਾਖੇ ਤਲੈ ਦੁਰਾਏ। ਚੋਰੀ ਕਰ ਲਈ, ਆਲੇ ਦੁਆਲੇ ਦੇਖਿਆ, ਕਹਿੰਦਾ ਜੀ ਕਿਸੇ ਨੇ ਨਹੀਂ ਦੇਖਿਆ, ਲਓ ਜੀ ਅਸੀਂ ਕਾਮਯਾਬ ਹੋ ਗਏ। ਪਰ ਭਗਤ ਕਬੀਰ ਸਾਹਿਬ ਜੀ ਕਹਿੰਦੇ ਰਾਖੇ ਤਲੈ ਦੁਰਾਏ, ਇਹ ਦਬਾ ਲਿਆ ਵੀ ਅੱਜ ਨਹੀਂ ਚੋਰੀ ਦੇਖੀ, ਸ਼ਾਇਦ ਕਿਸੇ ਨੇ ਨਹੀਂ ਦੇਖਿਆ। ਤਾਂ ਭਗਤ ਕਬੀਰ ਜੇ ਮਨੋਵਿਗਿਆਨ ਦੇ ਨੁਕਤੇ ਤੋਂ ਵਾਚੀਏ ਤਾਂ ਕਹਿੰਦੇ ਉਸ ਕਰਮ ਦਾ ਜਿਹੜਾ ਤੁਹਾਡੀ ਬਾਡੀ ਦੇ ਵਿੱਚ ਡਰ ਪੈ ਗਿਆ, ਇਸ ਡਰ ਨੇ ਇੱਕ ਦਿਨ ਖਿਆਲ ਬਣ ਜਾਣਾ ਹੈ। ਇਸ ਕਰਕੇ ਤੁਸੀਂ ਦੇਖੋ ਦੁਨੀਆ ਦੇ ਵਿੱਚ ਜਿੰਨੇ ਅਪਰਾਧੀ ਕਿਸਮ ਦੇ ਬੰਦੇ ਨੇ, ਇੱਕ ਵੀ ਅਪਰਾਧੀ ਐਸਾ ਨਹੀਂ ਹੋਵੇਗਾ ਜਿਹੜਾ ਰਾਤ ਨਸ਼ੇ ਤੋਂ ਬਿਨਾਂ ਸੌਂਦਾ ਹੋਵੇ। ਹੁਣ ਇਹਦਾ ਵੀ ਇੱਕ ਕਾਰਨ ਹੈ, ਉਹ ਨਸ਼ੇ ਤੋਂ ਬਿਨਾਂ ਕਿਉਂ ਨਹੀਂ ਸੌਂ ਰਿਹਾ, ਕਿ ਉਹਦੀ ਬਾਡੀ ਦੀ ਵਾਈਬ੍ਰੇਟਿੰਗ ਨੇ ਇੱਕ ਡਰ ਪੈਦਾ ਕਰਦਾ, ਅਤੇ ਉਹ ਡਰ ਜਦੋਂ ਉਹਦੀ ਕਲਪਨਾ ਬਣਦਾ ਹੈ ਜਾਂ ਉਹਦਾ ਇੱਕ ਸਚਿੱਤਰ ਬਣਦਾ ਉਹਦੇ ਸਾਹਮਣੇ, ਤਾਂ ਉਹਨੂੰ ਭਿਆਨਕ ਡਰ ਆਉਂਦਾ। ਇਸ ਕਰਕੇ ਉਹ ਆਪਣੀ ਸੁਰਤ ਨੂੰ ਉਸ ਹਿੱਸੇ ਵਿੱਚੋਂ ਸੁੱਤੀ ਰੱਖਣੀ ਚਾਹੁੰਦਾ ਹੈ, ਉਹਨੂੰ ਬੇਹੋਸ਼ ਹੀ ਰੱਖਣੀ ਚਾਹੁੰਦਾ ਹੈ। ਤਾਂ ਭਗਤ ਕਬੀਰ ਸਾਹਿਬ ਜੀ ਕਹਿੰਦੇ ਜੇਤੇ ਪਾਪ ਕੀਏ ਰਾਖੇ ਤਲੈ ਦੁਰਾਏ, ਕਿ ਮਨੁੱਖ ਦੀ ਫਿਤਰਤ ਦੇਖੋ ਕਿ ਜਿੰਨੇ ਪਾਪ ਕਰਦਾ ਹੈ ਪਹਿਲਾਂ ਤਾਂ ਕਰਦਾ ਹੈ, ਫਿਰ ਉਸ ਤੋਂ ਬਾਅਦ ਦੁਰਾਏ ਦੂਰ ਸਮਝ ਕੇ ਕਿ ਮੈਂ ਨਹੀਂ ਕੀਤਾ ਜਾਂ ਮੈਂ ਨਹੀਂ ਕੀਤਾ, ਇਸ ਤਰ੍ਹਾਂ ਕਹਿ ਕੇ ਕਹਿੰਦੇ ਦੁਰਾਏ ਛੁਪਾਉਣ ਦਾ ਯਤਨ ਕਰਦਾ ਹੈ। ਪਰ ਅਸਲ ਗੱਲ ਤੋਂ ਅਣਜਾਣ ਹੈ, ਪ੍ਰਗਟ ਪਏ ਨਿਦਾਨ ਸਭ ਜਬ ਪੂਛੇ ਧਰਮ ਰਾਏ। ਤਾਂ ਇਸੇ ਪ੍ਰਕਾਰ ਜਦੋਂ ਤੇਰੀ ਬਾਡੀ ਦਾ ਨਾਸ਼ ਹੋਣਾ ਹੈ ਅਤੇ ਤੇਰੀ ਸੁਰਤ ਦੇ ਅੰਦਰਲੇ ਜਿਹੜੇ ਯਾਦਾਸ਼ਤ ਦੇ ਹਿੱਸੇ ਪਏ ਹਨ, ਜਦੋਂ ਇਸ ਬ੍ਰਹਿਮੰਡ ਦੇ ਵਿੱਚ ਖੁੱਲ੍ਹਣੇ ਹਨ, ਅਤੇ ਤੇਰੇ ਪਾਪ ਜਿਹੜੇ ਹਨ ਆਪਣੇ ਆਪ ਉਜਲ ਹੋ ਜਾਣਗੇ। ਸ਼ਬਦ ਹੈ ਧਰਮ ਰਾਏ। ਕਿਤਾਬੇ ਮੀਰਦਾਦ 'ਚ ਨਾ ਇੱਕ ਜ਼ਿਕਰ ਆਉਂਦਾ ਹੈ ਕਿ ਕਰਮ ਕਿਵੇਂ ਕਰਨਾ ਚਾਹੀਦਾ। ਹੁਣ ਉਦਾਹਰਨ ਦੇ ਤੌਰ 'ਤੇ ਉਹਦੇ ਵਿੱਚ ਉਹਨਾਂ ਲਿਖਿਆ ਕਿ ਹੇ ਮਨੁੱਖ, ਤੂੰ ਜਿਹੜਾ ਕਰਮ ਕਰਨਾ ਹੈ ਇਸ ਤਰ੍ਹਾਂ ਕਰਕੇ ਤੇਰੇ ਕਰਨ ਤੋਂ ਇਲਾਵਾ ਉਹ ਜਿਹੜਾ ਕਰਮ ਹੈ ਉਹ ਧਰਤੀ ਦੇ ਹਰ ਹਿੱਸੇ ਵਿੱਚ ਲਿਖਿਆ ਜਾ ਰਿਹਾ ਹੈ। ਧਰਤੀ ਦੇ ਹਰ ਹਿੱਸੇ ਵਿੱਚ ਅੱਗ ਦੇ ਅੱਖਰਾਂ ਵਿੱਚੋਂ ਤੇਰਾ ਕਰਮ ਨੋਟ ਹੋ ਰਿਹਾ, ਭਾਵੇਂ ਤੂੰ ਆਲੇ ਦੁਆਲੇ ਤੈਨੂੰ ਕੋਈ ਨਹੀਂ ਦੇਖ ਰਿਹਾ। ਹੁਣ ਦੇਖੋ, ਅਸੀਂ ਸਾਰੀ ਸ੍ਰਿਸ਼ਟੀ ਨੂੰ ਸਜਿੰਦ ਕਹਿੰਦੇ ਨਾ, ਰੁੱਖ ਸਾਹ ਲੈਂਦੇ ਨੇ, ਆ ਧਰਤੀ ਦੇ ਅੰਦਰ ਗ੍ਰਹਿਾਂ ਦੀ ਸਾਰਿਆਂ ਦੀ ਗਰਦਿਸ਼ ਚੱਲਦੀ ਹੈ। ਇਹਦਾ ਮਤਲਬ ਧਰਮ ਦਾ ਵਿਆਪਕ ਨੇਮ ਚੱਲ ਰਿਹਾ ਹੈ। ਜੇ ਕਿਸੇ ਨੇ ਨਹੀਂ ਦੇਖਿਆ, ਰੁੱਖ ਨੂੰ ਸਜਿੰਦ ਮੰਨਦੇ ਹਾਂ, ਇਹ ਸ੍ਰਿਸ਼ਟੀ ਦਾ ਹਿੱਸਾ ਨੇ, ਅਤੇ ਅਸੀਂ ਕਿਸੇ ਰੁੱਖ ਦੀ, ਕਿਸੇ ਧਰਤੀ ਦੇ ਕਿਸੇ ਥਾਂ ਦੀ ਹੋਂਦ ਦੇ ਵਿੱਚ ਹੀ ਮੰਦ ਕਰਮ ਕੀਤਾ ਹੋਏਗਾ। ਜੇ ਉੱਥੇ ਉਹਦਾ ਮਨੁੱਖ ਨਹੀਂ ਗਵਾਹ ਹੈਗਾ, ਅਤੇ ਉਸ ਧਰਤੀ ਜਿਸ ਹਿੱਸੇ ਵਿੱਚ ਪਾਪ ਕਮਾਇਆ ਗਿਆ ਹੈ, ਉਹ ਧਰਤੀ ਦਾ ਹਿੱਸਾ ਪਰਮੇਸ਼ਰ ਦੇ ਦਰ ਦੀ ਸੱਦ ਵਿੱਚ ਜਾ ਕੇ ਆਪਣਾ ਖਿਆਲ ਦੇਵੇਗਾ ਕਿ ਇਹ ਧਰਤੀ ਧਰਮਸਾਲ ਹੈ, ਪਰ ਬੰਦੇ ਨੇ ਧਰਤੀ ਦੇ ਇਸ ਹਿੱਸੇ ਨੂੰ ਆਪਣੇ ਮੰਦ ਕਰਮ ਦੇ ਲਈ ਵਰਤਿਆ। ਇਸ ਕਰਕੇ ਧਰਤੀ ਦਾ ਉਹ ਹਿੱਸਾ ਜਿਹਨੂੰ ਕਹਿੰਦੇ ਨਾ ਸਗਲੀ ਸ੍ਰਿਸ਼ਟ ਪਰਮੇਸ਼ਰ ਦੇ ਹੁਕਮ ਵਿੱਚ ਹੈ। ਜਿਵੇਂ ਉਦਾਹਰਨ ਦੇ ਤੌਰ 'ਤੇ ਕਈ ਵਾਰੀ ਦੋ ਬੱਚੇ ਸਾਥੀ ਹੁੰਦੇ ਨਾ, ਇੱਕ ਬੱਚਾ ਗਲਤੀ ਕਰ ਆਵੇ ਅਤੇ ਉਹ ਘਰੇ ਆ ਕੇ ਦੱਸਦਾ ਨਹੀਂ, ਪਰ ਉਹਦੇ ਨਾਲ ਦਾ ਕਈ ਵਾਰੀ ਘਰੇ ਆ ਕੇ ਦੱਸ ਦਿੰਦਾ ਜੀ ਅੱਜ ਇਹਨੇ ਉੱਥੇ ਉਹ ਗਲਤ ਕੰਮ ਕੀਤਾ ਹੈ। ਇਸੇ ਪ੍ਰਕਾਰ ਭਗਤ ਕਬੀਰ ਸਾਹਿਬ ਜੀ ਕਹਿੰਦੇ ਕਿ ਧਰਮ ਦਾ ਮਨੋਵਿਗਿਆਨ ਕਹਿੰਦਾ ਹੈ ਕਿ ਜੇ ਤੁਹਾਨੂੰ ਕਿਸੇ ਨੇ ਨਹੀਂ ਵੀ ਦੇਖਿਆ, ਤੇ ਧਰਤੀ ਦੇ ਜਿਸ ਹਿੱਸੇ ਵਿੱਚੋਂ ਪਾਪ ਕਮਾਇਆ ਹੈ, ਜਦੋਂ ਤੁਹਾਡੇ ਜੀਵਨ ਬਿਨਸੇਗਾ ਤੇ ਧਰਤੀ ਦਾ ਉਹ ਹਿੱਸਾ ਬੋਲੇਗਾ ਕਿ ਪਰਮੇਸ਼ਰ ਇੰਨੇ ਧਰਮਸਾਲ ਹੁੰਦਿਆਂ ਵੀ ਧਰਤੀ ਦੇ ਮੇਰੇ ਇਸ ਹਿੱਸੇ ਵਿੱਚ ਮੰਦ ਕਰਮ ਕਮਾਏ। ਇਸ ਕਰਕੇ ਸਿਆਣਿਆਂ ਦੀ ਸ਼ਾਇਦ ਆਪ ਜੀ ਨੇ ਖੌਤ ਸੁਣੀ ਹੋਵੇ ਕਿ ਪਾਪ ਪਤਾਲ 'ਚ ਵੀ ਕਰ ਲਈਏ ਤਾਂ ਵੀ ਨਹੀਂ ਛੁਪਦਾ। ਤਾਂ ਸਿਆਣ ਭਗਤ ਕਬੀਰ ਸਾਹਿਬ ਜੀ ਕਹਿੰਦੇ ਜੇਤੇ ਪਾਪ ਕੀ। ਹੁਣ ਪਾਪ ਦਾ ਮਤਲਬ ਕੀ ਹੈ? ਹੁਣ ਪਾਪ ਦੇ ਵਿੱਚ ਇੱਕ ਗੱਲ ਹੋਰ ਬੜੀ ਵਿਚਿੱਤਰ ਹੈ। ਇੱਥੇ ਕੋਈ ਚੀਜ਼ ਗੁਰੂ ਘਰੋਂ ਚੁੱਕਣੀ ਹੋਵੇ ਤਾਂ ਕਿਸੇ ਨਾ ਕਿਸੇ ਨੂੰ ਪਤਾ ਲੱਗ ਜਾਏਗਾ, ਕੈਮਰਾ ਪਕੜ ਲਏਗਾ ਜਾਂ ਕੋਈ ਦੇਖ ਲਏਗਾ। ਹੁਣ ਇਸ ਗੁਰੂ ਘਰ ਦੇ ਵਿੱਚੋਂ ਜਾਂ ਕਿਤੇ ਕੋਈ ਚੀਜ਼ ਚੋਰੀ ਕਰਨ ਦਾ ਅੰਦਰ ਖਿਆਲ ਆ ਗਿਆ, ਇਹਨੂੰ ਕੋਈ ਨਹੀਂ ਪਕੜ ਸਕਦਾ, ਇਹਨੂੰ ਕੈਮਰਾ ਵੀ ਨਹੀਂ ਪਕੜ ਸਕਦਾ। ਮੇਰੇ ਅੰਦਰ ਜਾਂ ਕਿਸੇ ਦੇ ਅੰਦਰ ਵੀ ਚੋਰੀ ਦਾ ਖਿਆਲ ਚੱਲ ਰਿਹਾ, ਕਾਨੂੰਨ ਪਕੜ ਸਕਦਾ ਹੈ? ਪੁਲਿਸ ਸਟੇਸ਼ਨ ਦੇ ਵਿੱਚ ਬਹਿ ਕੇ ਵੀ ਜਿਹੜਾ ਇੱਕ ਬੰਦਾ ਹੈ ਉਹ ਕਿਸੇ ਵੱਡੇ ਅਧਿਕਾਰੀ ਦੇ ਕਤਲ ਕਰਨ ਬਾਰੇ ਸੋਚ ਸਕਦਾ ਹੈ, ਪਾਪ ਕਰ ਰਿਹਾ ਹੈ। ਇਸ ਪਾਪ ਨੂੰ ਉੱਥੋਂ ਦਾ ਕਾਨੂੰਨ ਨਹੀਂ ਪਕੜ ਸਕਦਾ, ਕਿਉਂਕਿ ਪਾਪ ਦੀ ਕਾਨੂੰਨ ਦੀ ਪਹੁੰਚ ਹੀ ਨਹੀਂ। ਉੱਥੋਂ ਦਾ ਕਾਨੂੰਨ ਦੀ ਪਹੁੰਚ ਦਾ ਉਦੋਂ ਹੈ ਜਦੋਂ ਉਹਨੇ ਕਤਲ ਦਾ ਕਰਮ ਕਰ ਦਿੱਤਾ ਅਤੇ ਉਹ ਸਾਰਿਆਂ ਨੂੰ ਨਜ਼ਰ ਆ ਗਿਆ। ਤਾਂ ਭਗਤ ਕਬੀਰ ਸਾਹਿਬ ਜੀ ਕਹਿੰਦੇ ਇਸ ਕਰਕੇ ਧਰਮ ਦੀ ਖੂਬਸੂਰਤੀ ਤਾਂ ਦੇਖੋ। ਅੱਜ ਬੰਦੇ ਕਹਿੰਦੇ ਨੇ ਮਾੜੇ ਕਰਮ ਨਹੀਂ ਕਰਨੇ ਚਾਹੀਦੇ, ਉਹ ਨਹੀਂ, ਜੇ ਨਹੀਂ ਕਰਨਾ ਚਾਹੀਦਾ। ਉਹ ਧਰਮ ਤਾਂ ਇਸ ਗੱਲ 'ਤੇ ਬੋਲਦਾ ਹੀ ਨਹੀਂ। ਧਰਮ ਤਾਂ ਇਸ ਗੱਲ 'ਤੇ ਰਹਿੰਦਾ ਕਿ ਜਿੱਥੋਂ ਮੰਦ ਕਰਮ ਪੈਦਾ ਹੁੰਦਾ ਉੱਥੇ ਹੀ ਆਪਣੀ ਸਾਧਨਾ ਕੀਤੀ ਜਾਵੇ, ਕਿ ਜਦੋਂ ਲੋਭ ਕਾਮ ਕ੍ਰੋਧ ਦੇ ਸਹਿਤ ਮਨ 'ਚ ਪਾਪ ਪੈਦਾ ਹੋਣਾ ਹੈ ਉਹਨੂੰ ਉੱਥੇ ਹੀ ਨਾ ਪੈਦਾ ਹੋਣ ਦਿੱਤਾ ਜਾਵੇ। ਹੁਣ ਵੱਡੀ ਗੱਲ ਹੋਰ, ਕਿਸਾਨ ਫਸਲਾਂ ਬੀਜਦੇ ਨਾ, ਅੱਜ ਦੇ ਸਮੇਂ 'ਚ ਐਜੂਕੇਟ ਹੋ ਗਏ ਨੇ,
ਉਹ ਬੀਜ ਸੋਧਣ ਦੇ ਲਈ ਚੰਗੀ ਤੋਂ ਚੰਗੀ ਦਵਾ ਅਤੇ ਢੰਗ ਲੱਭਦੇ ਨੇ ਕਿ ਜਦੋਂ ਬੀਜ ਸੋਧਿਆ ਗਿਆ ਤਾਂ ਅੱਗੇ ਜਾ ਕੇ ਫਸਲ 'ਚ ਬਿਮਾਰੀਆਂ ਘੱਟ ਲੱਗਣਗੀਆਂ। ਅਤੇ ਜਦੋਂ ਮਨ ਹੀ ਆਪਾਂ ਸੋਧ ਲਈਏ ਗੁਰੂ ਸ਼ਬਦ ਦੀ ਸਾਧਨਾ ਕਰਕੇ, ਅਤੇ ਫਿਰ ਆਪੇ ਵਿਕਾਰਾਂ ਦੇ ਮੰਦ ਕਰਮ ਨਹੀਂ ਪੈਦਾ ਹੋਣਗੇ। ਪਰ ਭਗਤ ਕਬੀਰ ਸਾਹਿਬ ਜੀ ਕਹਿੰਦੇ ਮਨੁੱਖ ਦਾ ਚੇਤ ਦੇਖੋ, ਗੁਰਬਾਣੀ 'ਚ ਨਾ ਇੱਕ ਖਿਆਲ ਆਉਂਦਾ ਗੌੜੀ ਰਾਗ ਦੇ ਅੰਦਰ, ਹੱਟ ਪੱਟਣ ਵਿੱਚ ਮੰਦਰ ਭੰਨੈ, ਕਰ ਚੋਰੀ ਘਰ ਆਵੈ, ਅੱਗੋਂ ਦੇਖੈ ਪਿੱਛੋਂ ਦੇਖੈ, ਤੁਝ ਤੇ ਕਹਾ ਛਪਾਵੈ। ਕਹਿੰਦੇ ਅੱਗੋਂ ਪਿੱਛੋਂ ਦੇਖ ਲਿਆ, ਕਿਸੇ ਨੇ ਨਹੀਂ ਦੇਖਿਆ ਅਤੇ ਸਮਝਦਾ ਮੈਂ ਜਿੱਤ ਗਿਆ, ਪਰ ਕਹਿੰਦੇ ਉਹ ਤੇਰੀ ਹਾਰ ਹੈ, ਕਿਉਂਕਿ ਧਰਮ ਦੇ ਨੁਕਤੇ ਤੂੰ ਇੱਕ ਗਲਤ ਕਰਮ ਨੂੰ ਅੰਜਾਮ ਦੇ ਬੈਠਾ, ਅਤੇ ਉਸ ਕਰਮ ਦੇ ਡਰ ਨੂੰ ਪਛਤਾਵਾ ਜਾਂ ਆਪਣੀ ਸੋਧ ਬਣਾਉਣ ਦੀ ਬਜਾਏ ਉਹਨੂੰ ਆਪਣੀ ਚਤੁਰਾਈ ਬਣਾ ਲਿਆ। ਇੱਕ ਪਾਪ ਦੀ ਹੋਰ ਵੀ ਸਮੱਸਿਆ ਹੈ ਕਿ ਜਦੋਂ ਬੰਦਾ ਪਾਪ 'ਚ ਫੜਿਆ ਜਾਵੇ ਫਿਰ ਥੋੜ੍ਹਾ ਨਿਰਾਸ਼ ਹੋ ਜਾਂਦਾ ਹੈ, ਅਤੇ ਜੇ ਪਾਪ ਕਰਮ 'ਚ ਸਫਲ ਹੋ ਜਾਏ ਤਾਂ ਉਹਨੂੰ ਚਤੁਰਾਈ ਸਮਝਦਾ ਹੈ। ਕਿ ਜਿਵੇਂ ਕਈ ਬੰਦੇ ਬੜਿਆਂ ਦੀ ਜੇਬ ਠੱਗ ਲੈਂਦੇ ਨੇ, ਜੇ ਨਾ ਪਤਾ ਲੱਗੇ ਤਾਂ ਉਹਨੂੰ ਆਪਣੀ ਉਹ ਬੁੱਧੀ ਦਾ ਪੱਖ ਸਮਝਦੇ ਨੇ, ਜੇ ਪਕੜੇ ਜਾਣ ਫਿਰ ਹੋਰ ਗੱਲ। ਤਾਂ ਭਗਤ ਕਬੀਰ ਸਾਹਿਬ ਜੀ ਕਹਿੰਦੇ ਅਚੇਤ ਮਤ ਰਹਿਣਾ, ਪ੍ਰਗਟ ਪਏ ਨਿਦਾਨ ਸਭ, ਜਬ ਪੁੱਛੇ ਧਰਮ ਰਾਏ। ਕਿਉਂਕਿ ਬਾਣੀ 'ਚ ਵਾਕ ਆਉਂਦਾ ਚਿੱਤੈ ਅੰਦਰ ਵਾਓ, ਸਭ ਕੋ ਵੇਖ ਨਦਰੀ ਹੇਠ ਚਲਾਏ ਦਾ, ਕਿ ਇੱਕ ਵੱਡਾ ਨਿਜ਼ਾਮ ਹੈ ਧਰਤੀ ਦਾ ਹਰ ਹਿੱਸਾ। ਇਸੇ ਕਰਕੇ ਕਹਿੰਦੇ ਨਾ ਜਦੋਂ ਬੰਦੇ ਦਾ ਸ਼ੁਭ ਕਰਮ ਹੁੰਦਾ ਹੈ ਉਦੋਂ ਸ਼ੁਭ ਕਰਮ ਦੇ ਸਾਰੇ ਵਸੀਲੇ ਵੀ ਗਵਾਈ ਦਿੰਦੇ ਹਨ। ਇਸ ਕਰਕੇ ਗੁਰਬਾਣੀ ਜੀ ਤੋਂ ਭਗਤ ਕਬੀਰ ਸਾਹਿਬ ਜੀ ਕਹਿੰਦੇ ਚਿੱਤਰ ਗੁਪਤ ਜਬ ਲੇਖਾ ਮੰਗੈ, ਤਬ ਕੌਣ ਪੜਦਾ ਤੇਰਾ ਢਾਕੈ। ਧਰਤੀ ਬੋਲਦੀ ਨਹੀਂ, ਰੁੱਖ ਬੋਲਦੇ ਨਹੀਂ, ਪਰ ਮਨੁੱਖ ਦੇ ਸਾਰੇ ਕਰਮਾਂ ਨੂੰ ਦੇਖ ਰਹੇ ਹਨ। ਤਾਂ ਇਹੀ ਧਰਮ ਦੀ ਸੱਦ ਬਣ ਕੇ ਮਨੁੱਖ ਦੇ ਕਰਮਾਂ ਦਾ ਨਿਰਣਾ ਕਰਵਾਉਂਦੇ ਹਨ। ਇਸ ਕਰਕੇ ਮਨੁੱਖ ਨੂੰ ਆਪਣੇ ਕਰਮ ਤੋਂ ਪਾਪ ਦੇ ਪੱਧਰ 'ਤੇ ਸੁਚੇਤ ਹੋ ਜਾਣਾ ਚਾਹੀਦਾ। ਕਿਸੇ ਦੇ ਪ੍ਰਤੀ ਵਿਰੋਧਾ ਬੁਰਾ ਨੀਚ ਖਿਆਲ ਆਉਣਾ ਹੀ ਪਾਪ ਹੈ। ਇਸ ਪ੍ਰਕਾਰ ਭਗਤ ਕਬੀਰ ਸਾਹਿਬ ਜੀ 2 ਸ਼ਲੋਕਾਂ ਦੁਆਰਾ ਸਾਨੂੰ ਉਪਦੇਸ਼ ਬਖਸ਼ਿਸ਼ ਕਰਕੇ ਨਵਾਜਦੇ ਹਨ ਕਿ ਜਿਸ ਗੁਰੂ ਨਾਲ ਜੁੜਿਆਂ ਜਿਸ ਦੇ ਉਪਦੇਸ਼ ਨੂੰ ਗ੍ਰਹਿਣ ਕਰਦਿਆਂ ਜੀਵਨ ਦੇ ਵਿੱਚ ਭਰਮ ਨਹੀਂ ਮਿਟਦਾ, ਅਗਿਆਨ ਨਹੀਂ ਦੂਰ ਹੁੰਦਾ, ਜੀਵਨ ਦੇ ਵਿੱਚ ਭਰਮ ਟਿਕਾਓ ਨਹੀਂ ਬਣਦਾ, ਉਸ ਗੁਰੂ ਦੇ ਚਰਨਾਂ ਦੇ ਨਾਲ ਜੁੜੇ ਰਹਿਣ ਦਾ ਕੋਈ ਅਰਥ ਨਹੀਂ। ਤਾਂ ਇਸੇ ਪ੍ਰਕਾਰ ਜੀਵਨ ਦੀ ਕਰਮਸ਼ੀਲਤਾ ਇਉਂ ਕਰੋ ਕਿ ਆਖਰ ਪ੍ਰਗਟ ਹੋਣੀ ਹੀ ਹੋਣੀ ਹੈ, ਅਤੇ ਪ੍ਰਗਟ ਹੋਣ ਲੱਗਿਆਂ ਸ਼ਰਮਸਾਰ ਨਾ ਹੋਣਾ ਪਵੇ। ਉੱਥੇ ਗੁਰੂ ਆਸਾ ਦੀ ਵਾਰ 'ਚ ਪੜ੍ਹਦੇ ਨਾ, ਉੱਥੇ ਸੱਚੋ ਹੀ ਸੱਚ ਨਿਬੜੈ, ਚੁਣ ਵੱਖ ਕੱਢਿਆ ਜਮਾਲਿਆ, ਜਾਂ ਕੂੜ ਨੇ ਖੁੱਟੇ ਨਾਨਕਾ ਓੜਕ ਸੱਚ ਰਹੀ। ਗੁਰੂ ਸਾਹਿਬ ਜੀ ਇਸ ਪ੍ਰਕਾਰ ਭਗਤ ਕਬੀਰ ਸਾਹਿਬ ਜੀ ਸਾਨੂੰ ਬਖਸ਼ਿਸ਼ ਕਰਦੇ ਹਨ। ਕਿਰਪਾ ਕਰਨ ਸ਼ਲੋਕਾਂ ਦਾ ਭਾਵ ਉਪਦੇਸ਼ ਸਾਰਿਆਂ ਦੇ ਹਿਰਦੇ ਅੰਦਰ ਵਸ ਜਾਏ ਜੀ, ਸਾਰਿਆਂ ਦਾ ਇੱਥੇ ਆਇਆ ਸਫਲਾ ਹੋਵੇ। ਪਾਵਨ ਬਾਣੀ ਦੀ ਲੜੀਵਾਰ ਵਿਆਖਿਆ ਦੀ ਆਪ ਜੀ ਦੇ ਨਾਲ ਸਾਂਝ ਪਾਉਂਦਿਆਂ, ਵਿਆਖਿਆ ਦਾ ਯਤਨ ਆਪ ਦੇ ਸਨਮੁਖ ਰੱਖਦਿਆਂ ਹੋਈਆਂ ਬੇਅੰਤ ਭੁੱਲਾਂ ਦੀ ਖਿਮਾ ਜਾਚਨਾ ਜੀ, ਬੜੇ ਅਦਬ ਸਹਿਤ ਗੱਜ ਕੇ ਫਤਿਹ ਅਰਜ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।